ਜੈ ਐਮਸੀ ਦੀ ਦੋਸਤੋ, ਦਿਸ਼ਾ ਪਰਿਵਰਤਨ ਦੇ ਸਾਡੇ ਅੱਜ ਦੇ ਪ੍ਰੋਗਰਾਮ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਪਰਮੇਸ਼ਵਰ ਦਾ ਧੰਨਵਾਦ ਹੋਵੇ ਕਿ ਉਸ ਦੀ ਕਿਰਪਾ ਸਾਡੇ ਉੱਤੇ ਹੈ। ਉਹਨੇ ਸਾਨੂੰ ਅੱਜ ਇੱਕ ਹੋਰ ਮੌਕਾ ਦਿੱਤਾ ਕਿ ਅਸੀਂ ਮਿਲ ਕੇ ਪਰਮੇਸ਼ਵਰ ਦੇ ਵਚਨ ਦੇ ਉੱਤੇ ਮਨਨ ਕਰ ਸਕੀਏ। ਦੋਸਤੋ, ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਬਪਤਿਸਮਾ ਬਾਰੇ ਗੌਰ ਕਰ ਰਹੇ ਸੀ। ਅਸੀਂ ਵੇਖ ਰਹੇ ਸੀ ਕਿ ਕਿਵੇਂ ਇਹ ਖੁਸ਼ਖਬਰੀ ਦੇ ਨਾਲ ਜੁੜਿਆ ਹੋਇਆ। ਅਸੀਂ ਵੇਖਿਆ ਕਿ ਕਿਵੇਂ ਫਿਲਪੁਸ ਨੇ ਬਾਈਬਲ ਧਰਮ ਸ਼ਾਸਤਰ ਦੇ ਪੁਰਾਣੇ ਨੇਮ ਤੋਂ ਖੋਜੇ ਨੂੰ ਪਰਮੇਸ਼ਰ ਦੀ ਖੁਸ਼ਖਬਰੀ ਸੁਣਾਈ ਅਤੇ ਮੁਕਤੀ ਪ੍ਰਾਪਤ ਕਰਨ ਦੇ ਲਈ ਉਸ ਦੀ ਮਦਦ ਕੀਤੀ। ਇਸ ਪ੍ਰੋਗਰਾਮ ਦੇ ਜ਼ਰੀਏ ਅਸੀਂ ਸਿੱਖਿਆ ਕਿ ਸਾਨੂੰ ਖੁਸ਼ਖਬਰੀ ਦਾ ਪ੍ਰਚਾਰ ਕਿਵੇਂ ਕਰਨਾ ਚਾਹੀਦਾ ਹੈ ਅਤੇ ਸਾਡੀ ਖੁਸ਼ਖਬਰੀ ਦੇ ਪ੍ਰਚਾਰ ਦੇ ਵਿੱਚ ਪ੍ਰਭੂ ਯਿਸੂ ਕਿਵੇਂ ਕੇਂਦਰ ਵਿੱਚ ਹੋ ਸਕਦਾ ਹੈ। ਦੋਸਤੋ, ਅੱਜ ਅਸੀਂ ਪ੍ਰਾਰਥਨਾ ਦੇ ਵਿਸ਼ੇ ਵਿੱਚ ਸਿੱਖਾਂਗੇ। ਅਸੀਂ ਵੇਖਾਂਗੇ ਕਿ ਬਾਈਬਲ ਸਾਨੂੰ ਪ੍ਰਾਰਥਨਾ ਦੇ ਵਿਸ਼ੇ 'ਚ ਕੀ ਕਹਿੰਦੀ ਹੈ। ਇਸ ਦੇ ਲਈ ਬਾਈਬਲ ਵਿੱਚੋਂ ਜੋ ਹਵਾਲਾ ਲਿਆ ਗਿਆ ਹੈ ਉਹ ਮੱਤੀ ਦੀ ਅੰਜੀਲ ਉਸ ਦਾ 6 ਅਧਿਆਏ ਉਸ ਦੀ 5 ਆਇਤ ਤੋਂ ਲੈ ਕੇ 13 ਆਇਤ ਤੱਕ ਦੇ ਵਚਨ ਹਨ। ਆਓ ਅਸੀਂ ਪ੍ਰਾਰਥਨਾ ਦੇ ਬਾਰੇ ਸਿੱਖਣ ਲਈ ਆਪਣੇ ਅਧਿਐਨ ਪ੍ਰੋਗਰਾਮ ਦੇ ਵਿੱਚ ਅੱਗੇ ਵਧੀਏ। ਪਵਿੱਤਰਤਾ ਵਿੱਚ ਸਿੱਧ ਹੋ ਕੇ ਰਹੋ, ਪਿਆਰੇ ਯਿਸੂ ਦੇ ਆਉਣ ਵਿੱਚ ਦੇਰ ਨਹੀਂ। ਪਵਿੱਤਰਤਾ ਵਿੱਚ ਸਿੱਧ ਹੋ ਕੇ ਰਹੋ, ਪਿਆਰੇ ਯਿਸੂ ਦੇ ਆਉਣ ਵਿੱਚ ਦੇਰ ਨਹੀਂ। ਉਸ ਦੇ ਵਾਅਦੇ ਸਾਰੇ ਪੂਰੇ ਹੋ ਰਹੇ ਨੇ, ਤਿਆਰ ਹੋ ਜਾ। ਉਸ ਦੇ ਵਾਅਦੇ ਸਾਰੇ ਪੂਰੇ ਹੋ ਰਹੇ ਨੇ, ਤਿਆਰ ਹੋ ਜਾ। ਪਵਿੱਤਰਤਾ ਵਿੱਚ ਸਿੱਧ ਹੋ ਕੇ ਰਹੋ, ਪਿਆਰੇ ਯਿਸੂ ਦੇ ਆਉਣ ਵਿੱਚ ਦੇਰ ਨਹੀਂ। ਪਵਿੱਤਰਤਾ ਵਿੱਚ ਸਿੱਧ ਹੋ ਕੇ ਰਹੋ, ਪਿਆਰੇ ਯਿਸੂ ਦੇ ਆਉਣ ਵਿੱਚ ਦੇਰ ਨਹੀਂ। ਲੜਾਈਆਂ ਅਕਾਲ ਤੇ ਭੂਚਾਲ ਨਾਲ ਕਈ ਬਿਮਾਰੀਆਂ ਨਾਲ ਨਾਸ਼ ਹੋ ਰਹੇ ਨੇ। ਲੜਾਈਆਂ ਅਕਾਲ ਤੇ ਭੂਚਾਲ ਨਾਲ ਕਈ ਬਿਮਾਰੀਆਂ ਨਾਲ ਨਾਸ਼ ਹੋ ਰਹੇ ਨੇ। ਰਾਜੇ ਰਾਜਿਆਂ ਦੇ ਵਿਰੁੱਧ ਖੜੇ ਹੋ ਰਹੇ ਨੇ, ਤਿਆਰ ਹੋ ਜਾ। ਰਾਜੇ ਰਾਜਿਆਂ ਦੇ ਵਿਰੁੱਧ ਖੜੇ ਹੋ ਰਹੇ ਨੇ, ਤਿਆਰ ਹੋ ਜਾ। ਪਵਿੱਤਰਤਾ ਵਿੱਚ ਸਿੱਧ ਹੋ ਕੇ ਰਹੋ, ਪਿਆਰੇ ਯਿਸੂ ਦੇ ਆਉਣ ਵਿੱਚ ਦੇਰ ਨਹੀਂ। ਪਵਿੱਤਰਤਾ ਵਿੱਚ ਸਿੱਧ ਹੋ ਕੇ ਰਹੋ, ਪਿਆਰੇ ਯਿਸੂ ਦੇ ਆਉਣ ਵਿੱਚ ਦੇਰ ਨਹੀਂ। पाप दे कारण प्रीत ठंडी पै जाएगी, कई सेवक भी नह जा तो फिर जावणगे। पाप दे कारण प्रीत ठंडी पै जाएगी, कई सेवक भी नह जा तो फिर जावणगे। ए यीशु दे ने आउण दियां निशानियां, त्यार हो जा। ए यीशु दे ने आउण दियां। ਸਰੋਤਾ ਦੋਸਤੋ, ਅੱਜ ਦੇ ਇਸ ਦਿਸ਼ਾ ਪਰਿਵਰਤਨ ਪ੍ਰੋਗਰਾਮ 'ਚ ਮੈਂ ਤੁਹਾਡਾ ਸਵਾਗਤ ਕਰਦਾ ਹਾਂ। ਅੱਜ ਅਸੀਂ ਇਸ ਮਸੀਹੀ ਵਿਸ਼ਵਾਸ ਦੀਆਂ ਮੂਲ ਗੱਲਾਂ ਦੀ ਨਾਂ ਦੀ ਇਹ ਲੜੀ ਵਿੱਚ ਸਿੱਖਣ ਜਾ ਰਹੇ ਹਾਂ ਕਿ ਬਾਈਬਲ ਸਾਨੂੰ ਪ੍ਰਾਰਥਨਾ ਦੇ ਬਾਰੇ ਕੀ ਆਖਦੀ ਹੈ। ਅੱਜ ਦਾ ਵਚਨ ਦਾ ਹਿੱਸਾ ਜਿਸ ਉੱਤੇ ਅਸੀਂ ਗੌਰ ਕਰਾਂਗੇ ਉਹ ਹੈ ਮੱਤੀ ਦੀ ਅੰਜੀਲ 6 ਅਧਿਆਏ ਉਸ ਦੀਆਂ 5 ਤੋਂ ਲੈ ਕੇ 13 ਆਇਤਾਂ ਦੇ ਵਚਨ। ਇਸ ਸੰਦੇਸ਼ ਦੀ ਰੂਪਰੇਖਾ ਕੁਝ ਇਸ ਤਰ੍ਹਾਂ ਹੋਵੇਗੀ। ਪ੍ਰਾਰਥਨਾ ਬਾਰੇ ਮੁੱਢਲੀਆਂ ਹਦਾਇਤਾਂ। ਭਾਗ ਊੜਾ। ਪਖੰਡੀਆਂ ਦੀ ਤਰ੍ਹਾਂ ਪ੍ਰਾਰਥਨਾ ਨਾ ਕਰੋ। ਨੰਬਰ 1, ਪਵਿੱਤਰਤਾ ਤੋਂ ਪਹਿਲੇ ਅਹੁਦਾ। ਨੰਬਰ 2, ਫਲ ਦੀ ਬਜਾਏ ਮਾਨਤਾ। ਭਾਗ ਐੜਾ। ਗੈਰ ਕੌਮਾਂ ਦੇ ਲੋਕਾਂ ਦੀ ਤਰ੍ਹਾਂ ਪ੍ਰਾਰਥਨਾ ਨਾ ਕਰੋ। ਨੰਬਰ 2, ਪ੍ਰਾਰਥਨਾ ਦਾ ਨਮੂਨਾ। ਭਾਗ ਊੜਾ ਉਸਤਿਤ। ਭਾਗ ਐੜਾ ਪ੍ਰਾਥਮਿਕਤਾਵਾਂ। ਭਾਗ ਈੜੀ ਇੰਤਜ਼ਾਮ।
ਭਾਗ ਸੱਸਾ ਵਿਅਕਤੀਗਤ ਸੰਬੰਧ, ਭਾਗ ਹਾਹਾ ਸੁਰੱਖਿਆ, ਭਾਗ ਕੱਕਾ ਉਸਤਿਤ। ਮੈਂ ਆਪ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਆਪ ਵਿੱਚੋਂ ਕਿੰਨਿਆਂ ਕੁ ਨੇ ਅੱਜ ਤੱਕ ਪ੍ਰਾਰਥਨਾ ਕਰਦੇ ਵਕਤ ਸੌਣ ਜਾਣ ਦਾ ਅਨੁਭਵ ਕੀਤਾ ਹੈ? ਅਸੀਂ ਸਾਰੇ ਹੀ ਇਸ ਤਰ੍ਹਾਂ ਕਰ ਚੁੱਕੇ ਹਾਂ ਅਤੇ ਬੜੀ ਨਿਰਾਸ਼ ਕਰਨ ਵਾਲੀ ਗੱਲ ਹੈ ਕਿ ਅਸੀਂ ਇਸ ਤਰ੍ਹਾਂ ਕਰਦੇ ਹਾਂ। ਮੇਰੇ ਲਈ ਇਹ ਰੋਚਕ ਗੱਲ ਹੈ ਕਿ ਉਹ ਜਿਨ੍ਹਾਂ ਨੇ ਪ੍ਰਭੂ ਦੇ ਨਾਲ ਬਹੁਤ ਨਜ਼ਦੀਕੀ ਦੇ ਨਾਲ ਚੱਲਿਆ ਸੀ ਅਤੇ ਉਸ ਨੂੰ ਵੇਖਿਆ ਸੀ ਅਤੇ ਉਸ ਦੇ ਜੀਵਨ ਨੂੰ ਬਹੁਤ ਨੇੜਿਓਂ ਵੇਖਿਆ ਸੀ ਅਤੇ ਉਹ ਇਹ ਵੇਖਣ ਦੇ ਯੋਗ ਸਨ ਕਿ ਉਸ ਨੇ ਜੋ ਕੁਝ ਵੀ ਕੀਤਾ, ਉਹਨਾਂ ਨੇ ਕਦੇ ਵੀ ਉਸ ਨੂੰ ਇਹ ਨਹੀਂ ਸੀ ਆਖਿਆ ਕਿ ਹੇ ਪ੍ਰਭੂ ਸਾਨੂੰ ਪ੍ਰਚਾਰ ਕਰਨਾ ਸਿਖਾ। ਉਹਨਾਂ ਨੇ ਉਸ ਨੂੰ ਕਦੇ ਵੀ ਨਹੀਂ ਸੀ ਆਖਿਆ ਕਿ ਹੇ ਪ੍ਰਭੂ ਸਾਨੂੰ ਗਵਾਹੀ ਦੇਣੀ ਸਿਖਾ, ਅਤੇ ਉਹਨਾਂ ਨੇ ਕਦੇ ਵੀ ਨਹੀਂ ਸੀ ਆਖਿਆ ਕਿ ਹੇ ਪ੍ਰਭੂ ਸਾਨੂੰ ਦੂਸਰਿਆਂ ਉੱਤੇ ਪ੍ਰਭਾਵ ਪਾਉਣਾ ਸਿਖਾ। ਪਰ ਜੋ ਕੁਝ ਉਹਨਾਂ ਨੇ ਪ੍ਰਭੂ ਮਸੀਹ ਦੇ ਜੀਵਨ ਵਿੱਚ ਵੇਖਿਆ ਸੀ, ਉਸੇ ਦੇ ਦੁਆਰਾ ਉਹ ਬਹੁਤ ਪ੍ਰਭਾਵਿਤ ਹੋਏ ਸਨ ਅਤੇ ਲੂਕਾ ਦੀ ਅੰਜੀਲ ਦੇ ਵਿੱਚ, ਜਿਸ ਨੂੰ ਅਸੀਂ ਪ੍ਰਭੂ ਵਾਲੀ ਪ੍ਰਾਰਥਨਾ ਵਜੋਂ ਜਾਣਦੇ ਹਾਂ, ਉਹ ਚੇਲੇ ਜਿਨ੍ਹਾਂ ਨੇ ਪ੍ਰਭੂ ਯਿਸੂ ਮਸੀਹ ਨੂੰ ਪ੍ਰਾਰਥਨਾ ਕਰਦੇ ਵੇਖਿਆ ਸੀ, ਉਸ ਦੇ ਕੋਲ ਆਏ ਅਤੇ ਆਖਿਆ ਹੇ ਪ੍ਰਭੂ ਸਾਨੂੰ ਪ੍ਰਾਰਥਨਾ ਕਰਨੀ ਸਿਖਾ। ਮੈਂ ਸੋਚਦਾ ਹਾਂ ਇਹ ਸਾਡੇ ਸਾਰਿਆਂ ਦੇ ਲਈ ਇੱਕ ਬਹੁਤ ਹੀ ਸੁਚੇਤ ਹੋਣ ਵਾਲਾ ਵਚਨ ਹੈ। ਆਓ ਅਸੀਂ ਇਸ ਨੂੰ ਉੱਚੀ ਆਵਾਜ਼ ਵਿੱਚ ਆਖੀਏ, ਹੇ ਪ੍ਰਭੂ ਸਾਨੂੰ ਪ੍ਰਾਰਥਨਾ ਕਰਨਾ ਸਿਖਾ। ਇੱਕ ਨਾਸਤਿਕ ਦੀ ਧੀ ਆਪਣੇ ਇੱਕ ਸਹੇਲੀ ਕੋਲ ਆਈ ਅਤੇ ਉਹ ਬਗੈਰ ਕਿਸੇ ਧਾਰਮਿਕ ਸਿੱਖਿਆ ਦੇ ਪਾਲੀ ਪੋਸ਼ੀ ਗਈ ਸੀ। ਉਸਨੇ ਆਖਿਆ ਸੀ ਮੈਂ ਪਰਮੇਸ਼ਰ ਵਿੱਚ ਵਿਸ਼ਵਾਸ ਨਹੀਂ ਕਰਦੀ, ਅਤੇ ਫਿਰ ਉਸਨੇ ਇਕਾਗਰ ਚਿੱਤ ਨਾਲ ਅੱਗੇ ਆਖਿਆ। ਪਰ ਅਗਲੇ ਹੀ ਦਿਨ ਇੱਕ ਜਰਮਨ ਪੁਸਤਕ ਵਿੱਚ ਮੈਂ ਇੱਕ ਜਰਮਨ ਪ੍ਰਾਰਥਨਾ ਵੇਖੀ ਅਤੇ ਜੇਕਰ ਉਸ ਪ੍ਰਾਰਥਨਾ ਦਾ ਪਰਮੇਸ਼ਰ ਹੋਂਦ ਵਿੱਚ ਹੈ ਤਦ ਮੈਂ ਸੋਚਦੀ ਹਾਂ ਕਿ ਉਸ ਵਿੱਚ ਨੇਚਾ ਕਰਨ ਦੇ ਯੋਗ ਮੈਨੂੰ ਹੋਣਾ ਚਾਹੀਦਾ ਹੈ। ਉਸ ਦੀ ਸਹੇਲੀ ਨੇ ਪੁੱਛਿਆ ਉਹ ਪ੍ਰਾਰਥਨਾ ਕਿਹੜੀ ਸੀ, ਅਤੇ ਫਿਰ ਉਸਨੇ ਜਰਮਨ ਵਿੱਚ ਦੁਹਰਾਉਂਦਿਆਂ ਹੌਲੀ ਹੌਲੀ ਉੱਤਰ ਦਿੱਤਾ, ਹੇ ਸਾਡੇ ਪਿਤਾ ਤੂੰ ਜੋ ਸਵਰਗ ਵਿੱਚ ਹੈ। ਪ੍ਰਭੂ ਵਾਲੀ ਪ੍ਰਾਰਥਨਾ ਅਸਲ ਵਿੱਚ ਪਰਮੇਸ਼ਰ ਦੀ ਹੋਂਦ ਦੇ ਸਭ ਤੋਂ ਵੱਧ ਅਦਭੁਤ ਸਬੂਤਾਂ ਵਿੱਚੋਂ ਇੱਕ ਹੈ, ਜਿਸ ਦਾ ਜ਼ਿਕਰ ਬਾਈਬਲ ਬਾਣੀ ਵਿੱਚ ਪਾਇਆ ਜਾਂਦਾ ਹੈ, ਕਿਉਂਕਿ ਇੰਨਾ ਜ਼ਿਆਦਾ ਪ੍ਰਭਾਵਸ਼ਾਲੀ ਅਤੇ ਖੂਬਸੂਰਤ ਪਰਮੇਸ਼ਰ ਬਾਰੇ ਕੋਈ ਵੀ ਵਿਚਾਰ ਨਹੀਂ ਪਾਇਆ ਜਾ ਸਕਦਾ ਅਤੇ ਮਨੁੱਖ ਦੇ ਉਸ ਦੇ ਨਾਲ ਸੰਬੰਧ ਬਾਰੇ ਜਦੋਂ ਤੱਕ ਪਰਮੇਸ਼ਰ ਦੀ ਹੋਂਦ ਨਾ ਹੋਵੇ ਅਤੇ ਜਦੋਂ ਤੱਕ ਉਸ ਨੇ ਉਸ ਸੂਚਨਾ ਦਾ ਆਰੰਭ ਨਾ ਕੀਤਾ ਹੋਵੇ ਜਿਸ ਨੂੰ ਅਸੀਂ ਜਾਣ ਸਕੀਏ। ਇਹ ਜਿਸ ਨੂੰ ਅਸੀਂ ਪ੍ਰਭੂ ਵਾਲੀ ਪ੍ਰਾਰਥਨਾ ਆਖਦੇ ਹਾਂ, ਇਹ ਬਾਈਬਲ ਵਿੱਚ ਮੱਤੀ ਦੀ ਅੰਜੀਲ ਦੇ 6 ਅਧਿਆਏ ਵਿੱਚ ਪਾਈ ਜਾਂਦੀ ਹੈ ਅਤੇ ਇਹ ਉਹਨਾਂ ਕਈ ਪ੍ਰਾਰਥਨਾ ਵਿੱਚੋਂ ਇੱਕ ਹੈ ਜੋ ਪ੍ਰਭੂ ਯੀਸ਼ੂ ਮਸੀਹ ਜੀ ਨੇ ਕੀਤੀਆਂ ਸਨ। ਲਗਭਗ 20 ਪ੍ਰਾਰਥਨਾਵਾਂ ਹਨ ਜਿਨ੍ਹਾਂ ਨੂੰ ਅਸੀਂ ਅਸਲ ਵਿੱਚ ਜਾਣਦੇ ਹਾਂ। ਇੱਕ ਵਕਤ ਉਸਦੇ ਬਪਤਿਸਮੇ ਦੇ ਦੌਰਾਨ ਲੂਕਾ ਦੀ ਅੰਜੀਲ ਦੇ 3 ਅਧਿਆਏ ਵਿੱਚ ਸਾਨੂੰ ਦੱਸਿਆ ਗਿਆ ਹੈ ਕਿ ਉਸ ਨੇ ਪ੍ਰਾਰਥਨਾ ਕੀਤੀ ਜਦੋਂ ਕਫਰਨਹੂਮ ਵਿਖੇ ਲੋਕਾਂ ਦੀ ਭੀੜ ਉਸ ਉੱਤੇ ਡਿੱਗਦੀ ਸੀ। ਸਾਨੂੰ ਦੱਸਿਆ ਗਿਆ ਹੈ ਕਿ ਉਹ ਕਾਫੀ ਸੁਖਤੇਕ ਉੱਠਿਆ ਅਤੇ ਉਸ ਨੇ ਪ੍ਰਾਰਥਨਾ ਕੀਤੀ। ਫਿਰ ਉਸ ਨੇ ਆਪਣੇ ਲਈ ਰਸੂਲਾਂ ਦੀ ਚੋਣ ਕਰਨ ਦੇ ਬਾਰੇ ਸੋਚਿਆ। ਇਹ ਬੜੀ ਰੋਚਕ ਗੱਲ ਹੈ ਕਿ ਪ੍ਰਭੂ ਯੀਸ਼ੂ ਮਸੀਹ ਜੀ ਨੇ ਇਸ ਤਰ੍ਹਾਂ ਕਰਨ ਤੋਂ ਪਹਿਲਾਂ ਸਾਰੀ ਰਾਤ ਪ੍ਰਾਰਥਨਾ ਕੀਤੀ ਸੀ। ਇਸ ਦੇ ਨਾਲ ਹੀ ਅਸੀਂ ਉਸ ਦੀ ਮਹਾਜਾਜਕ ਹੋਣ ਦੀ ਪ੍ਰਾਰਥਨਾ, ਜਿਸ ਦਾ ਜ਼ਿਕਰ ਯਹੂਨਾ ਦੀ ਅੰਜੀਲ ਦੇ 17 ਅਧਿਆਏ ਵਿੱਚ ਹੈ, ਉਸ ਨੂੰ ਇਸ ਵਿੱਚ ਸ਼ਾਮਲ ਕਰ ਸਕਦੇ ਹਾਂ ਅਤੇ ਅਸੀਂ ਸਾਰੇ ਜਾਣਦੇ ਹਾਂ ਉਸ ਪ੍ਰਾਰਥਨਾ ਦੇ ਬਾਰੇ ਜੋ ਉਸ ਨੇ ਗਸ਼ਮਨੀ ਬਾਗ ਵਿੱਚ ਵੀ ਕੀਤੀ ਸੀ, ਜਦੋਂ ਕਿ ਯੀਸ਼ੂ ਜੀ ਨੇ ਆਖਿਆ ਸੀ ਫਿਰ ਵੀ ਮੇਰੀ ਮਰਜ਼ੀ ਨਹੀਂ ਲੇਕਿਨ ਤੇਰੀ ਮਰਜ਼ੀ ਪੂਰੀ ਹੋਵੇ। ਪਰ ਇਹਨਾਂ ਸਾਰੀਆਂ ਪ੍ਰਾਰਥਨਾਵਾਂ ਵਿੱਚੋਂ ਸਭ ਤੋਂ ਜਾਣੀ ਪਛਾਣੀ ਪ੍ਰਾਰਥਨਾ ਜੋ ਕਿ ਪ੍ਰਭੂ ਦੇ ਨਾਮ ਦੇ ਨਾਲ ਜੁੜੀ ਹੋਈ ਹੈ, ਇਹ ਉਹ ਪ੍ਰਾਰਥਨਾ ਹੈ ਜਿਸ ਨੂੰ ਅਸੀਂ ਪ੍ਰਭੂ ਵਾਲੀ ਪ੍ਰਾਰਥਨਾ ਕਰਕੇ ਆਖਦੇ ਹਾਂ। ਹੁਣ ਮੈਂ ਸ਼ੁਰੂ ਵਿੱਚ ਇਹ ਆਖਣਾ ਚਾਹੁੰਦਾ ਹਾਂ ਕਿ ਅਸਲ ਵਿੱਚ ਇਹ ਪ੍ਰਭੂ ਦੀ ਪ੍ਰਾਰਥਨਾ ਨਹੀਂ ਹੋ ਸਕਦੀ, ਕਿਉਂਕਿ ਪ੍ਰਭੂ ਜੀ ਕਦੀ ਵੀ ਇਹ ਪ੍ਰਾਰਥਨਾ ਨਹੀਂ ਕਰਦੇ ਸਨ ਕਿ ਸਾਡੇ ਕਰਜ਼ ਸਾਨੂੰ ਮਾਫ ਕਰ, ਜਿਸ ਤਰ੍ਹਾਂ ਅਸੀਂ ਆਪਣੇ ਕਰਜ਼ਾਈਆਂ ਨੂੰ ਮਾਫ ਕਰਦੇ ਹਾਂ। ਅਸੀਂ ਇਸ ਨੂੰ ਪ੍ਰਭੂ ਵਾਲੀ ਪ੍ਰਾਰਥਨਾ ਆਖਦੇ ਹਾਂ ਕਿਉਂਕਿ ਇਹ ਉਹ ਪ੍ਰਾਰਥਨਾ ਹੈ ਜੋ ਪ੍ਰਭੂ ਨੇ ਆਪਣੇ ਚੇਲਿਆਂ ਨੂੰ ਸਿਖਾਈ ਸੀ। ਪੂਰੀ ਸੱਚਾਈ ਦੇ ਨਾਲ ਇਹ ਸਾਡੀ ਪ੍ਰਾਰਥਨਾ ਹੈ ਜਾਂ ਫਿਰ ਇਹ ਚੇਲਿਆਂ ਦੀ ਪ੍ਰਾਰਥਨਾ ਹੈ ਅਤੇ ਅੱਜ ਅਸੀਂ ਇਸ ਪ੍ਰਾਰਥਨਾ ਨੂੰ ਆਪਣੇ ਅੱਗੇ ਰੱਖਦੇ ਹਾਂ ਅਤੇ ਜਦੋਂ ਕਿ ਅਸੀਂ ਉਹਨਾਂ ਕੁਝ ਗੱਲਾਂ ਉੱਤੇ ਸੋਚਦੇ ਹਾਂ ਜਿਨ੍ਹਾਂ ਦਾ ਜ਼ਿਕਰ ਪ੍ਰਭੂ ਨੇ ਸਾਡੇ ਅੱਗੇ ਪ੍ਰਾਰਥਨਾ ਕਰਨ ਦੇ ਵਾਸਤੇ ਕੀਤਾ ਸੀ, ਤਦ ਮੈਂ ਸੋਚਦਾ ਕਿ ਸਾਡੇ ਲਈ ਇਹ ਲਾਭਦਾਇਕ ਹੋਵੇਗਾ ਜੇਕਰ ਅਸੀਂ ਕੁਝ ਸਮੇਂ ਲਈ ਰੁਕੀਏ ਅਤੇ ਯਾਦ ਕਰੀਏ ਕਿ ਅੱਜ ਸਾਡੇ ਇਸ ਜਗਤ ਵਿੱਚ ਇਹ ਪ੍ਰਾਰਥਨਾ ਕਿੰਨੀ ਖਾਸ ਹੈ। ਸਭ ਤੋਂ ਪਹਿਲਾਂ ਇਹ ਜੋ ਪ੍ਰਾਰਥਨਾ ਹੈ ਇਹ ਪੂਜਾ ਵਿਧੀਆਂ ਨਾਲ ਜੁੜੀ ਹੋਈ ਕਲੀਸਿਆ ਦਾ ਵਿੱਚ ਉਹਨਾਂ ਦੀ ਲਗਭਗ ਸਾਰੀਆਂ ਪੂਜਾ ਵਿਧੀਆਂ ਦੇ ਵਿੱਚ ਪਾਈ ਜਾਂਦੀ ਹੈ। ਇਹ ਤਾਂ ਸਾਡੇ ਬਾਲਕ ਹੁੰਦਿਆਂ ਤੋਂ ਜੋ ਅਸੀਂ ਯਾਦ ਰੱਖਿਆ ਹੈ ਹੁਣ ਤੱਕ ਇਹ ਸਾਡੇ ਵਿੱਚੋਂ ਲਗਭਗ ਸਾਰਿਆਂ ਦੇ ਨਾਲ ਉਸ ਦਾ ਇੱਕ ਹਿੱਸਾ ਹੈ। ਅਸਲ ਵਿੱਚ ਮੈਨੂੰ ਯਾਦ ਹੈ ਕਿ ਜਦੋਂ ਮੈਂ ਤੀਸਰੀ ਕਲਾਸ ਵਿੱਚ ਸਕੂਲ ਵਿੱਚ ਪੜ੍ਹਦਾ ਸੀ, ਜੋ ਕਿ ਇੱਕ ਹੋਰ ਹੀ ਜ਼ਮਾਨਾ ਹੁੰਦਾ ਸੀ, ਮੇਰੀ ਇੱਕ ਅਧਿਆਪਕ ਹੁੰਦੀ ਸੀ ਜਿਸ ਦਾ ਨਾਮ ਸੀ ਗੈਡਲੀ ਹੁੰਦਾ। ਮੈਂ ਉਸ ਨੂੰ ਕਦੇ ਨਹੀਂ ਭੁੱਲਾਂਗਾ। ਉਸਨੇ ਮੇਰੇ ਜੀਵਨ ਉੱਤੇ ਬਹੁਤ ਪ੍ਰਭਾਵ ਪਾਇਆ ਸੀ ਅਤੇ ਹਰ ਰੋਜ਼ ਕਲਾਸ ਦੇ ਸ਼ੁਰੂ ਹੋਣ ਤੋਂ ਪਹਿਲਾਂ ਉਹ ਮੇਰੇ ਕਲਾਸ ਦੇ ਕਮਰੇ ਵਿੱਚ ਸਿਖਾਉਣ ਵਾਲੀ ਅਧਿਆਪਕ ਸੀ
ਉਹ ਸਾਡੇ ਉਸ ਪਬਲਿਕ ਸਕੂਲ ਵਿੱਚ ਪਾਈ ਜਾਣ ਵਾਲੀ ਕਲਾਸ ਦੇ ਸਾਰੇ ਬੱਚਿਆਂ ਦੇ ਅੱਗੇ ਖੜੀ ਹੁੰਦੀ ਸੀ ਅਤੇ ਪ੍ਰਭੂ ਵਾਲੀ ਪ੍ਰਾਰਥਨਾ ਕਰਨ ਦੇ ਵਿੱਚ ਸਾਡੀ ਅਗਵਾਈ ਕਰਦੀ ਸੀ। ਅਸੀਂ ਬਹੁਤ ਬਦਲ ਚੁੱਕੇ ਹਾਂ ਅਤੇ ਅਸੀਂ ਇੱਕ ਗਲਤ ਦਿਸ਼ਾ ਵਿੱਚ ਜਾ ਰਹੇ ਹਾਂ। ਉਸ ਸਮੇਂ ਪ੍ਰਭੂ ਵਾਲੀ ਪ੍ਰਾਰਥਨਾ ਲਗਭਗ ਹਰ ਬੱਚੇ ਦੇ ਦੁਆਰਾ ਜਾਣੀ ਗਈ ਸੀ, ਭਾਵੇਂ ਉਹਨਾਂ ਦਾ ਧਾਰਮਿਕ ਪਿਛਕੋੜ ਕੁਝ ਵੀ ਰਿਹਾ ਹੋਵੇ, ਕਿਉਂਕਿ ਸਾਡੀ ਵਿਰਾਸਤ ਦਾ ਇੱਕ ਹਿੱਸਾ ਸੀ। ਅਕਸਰ ਬਿਮਾਵਾਂ ਦੇ ਸਮੇਂ ਵੀ ਪ੍ਰਭੂ ਵਾਲੀ ਪ੍ਰਾਰਥਨਾ ਜਾਂ ਤਾਂ ਉਚਾਰਨ ਕੀਤਾ ਜਾਂਦਾ ਹੈ ਜਾਂ ਇਸ ਨੂੰ ਭਜਨ ਵਜੋਂ ਗਾਇਆ ਜਾਂਦਾ ਹੈ। ਬਹੁਤ ਹੀ ਘੱਟ ਕਿਸੇ ਕਬਰਸਤਾਨ ਵਿੱਚ ਪ੍ਰਭੂ ਵਾਲੀ ਪ੍ਰਾਰਥਨਾ ਤੋਂ ਬਗੈਰ ਜੋ ਕੁਝ ਵੀ ਉੱਥੇ ਵਰਤਦਾ ਹੈ ਉਹ ਨਹੀਂ ਕੀਤਾ ਜਾਂਦਾ। ਮੈਂ ਜਾਣਦਾ ਹਾਂ ਕਿ ਕੁਝ ਪਰਿਵਾਰਾਂ ਨੂੰ ਜੋ ਕਿ ਇਸ ਪ੍ਰਾਰਥਨਾ ਨੂੰ ਖਾਣੇ ਦੇ ਸਮੇਂ ਕਰਦੇ ਹਨ ਅਤੇ ਕੁਝ ਹੋਰ ਹਨ ਜੋ ਕਿ ਰਾਤ ਨੂੰ ਸੌਣ ਦੇ ਵਕਤ ਇਹ ਪ੍ਰਾਰਥਨਾ ਕਰਦੇ ਹਨ। ਉਸ ਪ੍ਰਾਰਥਨਾ ਦੇ 66 ਸ਼ਬਦ ਹਨ, ਪਰ ਇਹ ਸ਼ਬਦ ਕਿੰਨੇ ਸ਼ਕਤੀਸ਼ਾਲੀ ਅਤੇ ਕਿੰਨੇ ਅਦਭੁਤ ਹਨ, ਇਹ ਵੇਖਣਾ ਮੇਰੇ ਲਈ ਬਹੁਤ ਹੀ ਅਦਭੁਤ ਹੈ ਕਿ ਪਿਛਲੇ ਵਰ੍ਹਿਆਂ ਦੇ ਦੌਰਾਨ ਕਲੀਸਿਆਵਾਂ ਇਤਿਹਾਸ ਵਿੱਚ ਇਸ ਪ੍ਰਾਰਥਨਾ ਨੂੰ ਕਿਹੜੇ ਸਥਾਨ ਵਿੱਚ ਦਿੱਤਾ ਗਿਆ ਹੈ। ਜੇਕਰ ਅਸੀਂ ਆਰੰਭਕ ਕਲੀਸਿਆ ਦੇ ਇਤਿਹਾਸ ਉੱਤੇ ਨਜ਼ਰ ਮਾਰੀਏ ਤਦ ਓਰੀਜਨ ਅਤੇ ਗੈਰੀਗੋਰੀ ਅਤੇ ਨਾਈਸ ਅਤੇ ਟੂਟੇਸ਼ਨਸ ਵਰਗੇ ਮਨੁੱਖ ਅਤੇ ਬਾਕੀ ਸਾਰੇ ਕਲੀਸਿਆ ਖੇਤਰਾਂ ਉੱਤੇ ਵੀ ਜਿਨ੍ਹਾਂ ਦੇ ਬਾਰੇ ਅਸੀਂ ਪੜ੍ਹ ਚੁੱਕੇ ਹਾਂ, ਉਹਨਾਂ ਵਿੱਚੋਂ ਲਗਭਗ ਸਾਰਿਆਂ ਨੇ ਇਸ ਪ੍ਰਭੂ ਵਾਲੀ ਪ੍ਰਾਰਥਨਾ ਉੱਤੇ ਮਹੱਤਵਪੂਰਨ ਸਿੱਖਿਆਵਾਂ ਦਿੱਤੀਆਂ ਸਨ। ਪ੍ਰੈਸਬੀਟੇਰੀਅਨ ਕਲੀਸਿਆਵਾਂ ਵਿੱਚ ਅੱਜ ਵੀ ਅਸੀਂ ਵੇਖਦੇ ਹਾਂ ਕਿ ਵੈਸਟ ਮਿਨਿਸਟਰ ਕੈਟਕਿਸਮ ਆਖਰੀ 9 ਸਵਾਲਾਂ ਵਿੱਚ ਪ੍ਰਭੂ ਵਾਲੀ ਪ੍ਰਾਰਥਨਾ ਦੀ ਸਿੱਖਿਆ ਨੂੰ ਦੱਸਿਆ ਗਿਆ ਹੈ। ਐਨੋਡੋਰ ਮੋਰੇ ਨੇ ਆਖਿਆ ਸੀ ਕਿ ਪ੍ਰਭੂ ਵਾਲੀ ਪ੍ਰਾਰਥਨਾ ਦਾ ਇੱਕ ਰੂਪ ਹੈ ਜੋ ਕਿ ਦੂਸਰੀਆਂ ਸਾਰੀਆਂ ਪ੍ਰਾਰਥਨਾਵਾਂ ਦੇ ਲਈ ਪ੍ਰੇਰਨਾ ਅਤੇ ਆਦਰਸ਼ ਬਣਦਾ ਹੈ, ਅਤੇ ਫਿਰ ਵੀ ਇਹ ਹਮੇਸ਼ਾ ਸਾਨੂੰ ਕਿ ਪਰਮੇਸ਼ਰ ਦੇ ਸਨਮੁਖ ਸਾਡੀਆਂ ਜਾਨਾਂ ਦੇ ਸਭ ਤੋਂ ਰਾਹੀ ਉਚਾਰਨ ਵਜੋਂ ਆਪਣੇ ਵੱਲ ਵਾਪਸ ਲਿਆਉਂਦੀਆਂ ਹੈ। ਅਸੀਂ ਬਹੁਤ ਸਾਰੀਆਂ ਪ੍ਰਾਰਥਨਾ ਕਰ ਸਕਦੇ ਹਾਂ ਅਤੇ ਸਾਡੇ ਲਈ ਉਹ ਯਾਦ ਕਰਾਇਆ ਜਾਣਾ ਬਹੁਤ ਅੱਛੀ ਗੱਲ ਹੈ, ਜੋ ਕਿ ਚੇਲਿਆਂ ਨੇ ਨਹੀਂ ਸੀ ਆਖਿਆ ਕਿ ਹੇ ਪ੍ਰਭੂ ਸਾਨੂੰ ਕੋਈ ਪ੍ਰਾਰਥਨਾ ਸਿਖਾ। ਉਹਨਾਂ ਨੇ ਆਖਿਆ ਸੀ ਪ੍ਰਭੂ ਸਾਨੂੰ ਪ੍ਰਾਰਥਨਾ ਕਰਨੀ ਸਿਖਾ, ਅਤੇ ਪ੍ਰਾਰਥਨਾ ਜੋ ਹੈ ਉਹ ਕੁਝ ਰੱਟੇ ਵਾਲੀ ਪ੍ਰਾਰਥਨਾ ਨਹੀਂ ਹੁੰਦੀ, ਕਿਉਂਕਿ ਅਸੀਂ ਜਲਦੀ ਹੀ ਇਸ ਵੱਲ ਆਵਾਂਗੇ। ਪਰ ਇਹ ਤਾਂ ਇੱਕ ਨਮੂਨਾ ਪ੍ਰਾਰਥਨਾ ਵਾਸਤੇ ਹੈ ਅਤੇ ਇਹ ਪ੍ਰਾਰਥਨਾ ਦੀ ਇੱਕ ਅਦਭੁਤ ਰੂਪ ਰੇਖਾ ਹੈ ਅਤੇ ਇਸ ਨੂੰ ਚਰਚ ਦੇ ਇਤਿਹਾਸ ਅਤੇ ਸਾਡੇ ਵਿੱਚੋਂ ਬਹੁਤਿਆਂ ਦੇ ਜੀਵਨਾਂ ਵਿੱਚ ਇੱਕ ਮਹਾਨ ਸਥਾਨ ਦਿੱਤਾ ਗਿਆ ਹੈ। ਇਸ ਪ੍ਰਾਰਥਨਾ ਨੂੰ ਹੁਣ ਇੱਕ ਬਦਕਿਸਮਤੀ ਢੰਗ ਦੇ ਨਾਲ ਇਸਤੇਮਾਲ ਵੀ ਕੀਤਾ ਜਾ ਚੁੱਕਾ ਹੈ ਅਤੇ ਦੁਬਾਰਾ ਫਿਰ ਮੈਂ ਇੱਕ ਸੇਵਕ ਦੇ ਬਾਰੇ ਸੁਣਿਆ ਸੀ ਜਿਸ ਨੇ ਆਪਣੀ ਕਾਰ ਇੱਕ ਵੱਡੇ ਸ਼ਹਿਰ ਵਿੱਚ ਗੱਡੀਆਂ ਦੇ ਨਾਂ ਖੜੇ ਕਰਨ ਵਾਲੇ ਖੇਤਰ ਵਿੱਚ ਖੜੀ ਕਰ ਦਿੱਤੀ ਸੀ, ਅਤੇ ਕਿਉਂਕਿ ਉਸ ਕੋਲ ਸਮਾਂ ਘੱਟ ਸੀ ਅਤੇ ਉਸ ਨੇ ਉਹ ਸਥਾਨ ਪਾਰਕ ਕਰਨ ਵਾਲੇ ਇਹੋ ਜਿਹਾ ਨਹੀਂ ਪਾਇਆ ਜਿੱਥੇ ਉਹ ਪੈਸੇ ਪਾ ਕੇ ਕਾਰ ਖੜੀ ਕਰ ਸਕੇ। ਇਸ ਕਰਕੇ ਉਸ ਨੇ ਆਪਣੀ ਕਾਰ ਦੇ ਸ਼ੀਸ਼ੇ ਦੇ ਵਾਈਪਰ ਦੇ ਹੇਠਾਂ ਇੱਕ ਕਾਗਜ਼ ਲਿਖ ਕੇ ਰੱਖ ਦਿੱਤਾ ਜਿਸ ਵਿੱਚ ਲਿਖਿਆ ਸੀ ਕਿ ਮੈਂ ਇਸ ਖੇਤਰ ਵਿੱਚ 10 ਚੱਕਰ ਲਗਾ ਚੁੱਕਾ ਹਾਂ, ਜੇਕਰ ਮੈਂ ਆਪਣੀ ਗੱਡੀ ਇੱਥੇ ਪਾਰਕ ਨਹੀਂ ਕਰਦਾ ਤਦ ਮੈਂ ਜਿਸ ਬੰਦੇ ਨੂੰ ਆਪਣਾ ਸਮਾਂ ਦਿੱਤਾ ਹੈ ਉਸ ਨੂੰ ਨਹੀਂ ਮਿਲ ਸਕਦਾ। ਸਾਡੇ ਪਾਪ ਮਾਫ ਕਰ। ਜਦੋਂ ਉਹ ਵਾਪਸ ਆਇਆ ਤਦ ਉਸਨੇ ਇੱਕ ਪੁਲਿਸ ਅਫਸਰ ਤੋਂ ਇੱਕ ਹੱਥੀਂ ਲਿਖੇ ਹੋਏ ਨੋਟ ਦੇ ਨਾਲ ਜੁਰਮਾਨੇ ਦੀ ਰਸੀਦ ਨੂੰ ਵੇਖਿਆ ਜਿਸ ਵਿੱਚ ਲਿਖਿਆ ਹੋਇਆ ਸੀ, ਮੈਂ ਇਸ ਇਲਾਕੇ ਦੇ ਵਿੱਚ 10 ਸਾਲਾਂ ਤੋਂ ਚੱਕਰ ਮਾਰਦਾ ਆ ਰਿਹਾ ਹਾਂ, ਜੇਕਰ ਮੈਂ ਆਪ ਨੂੰ ਇਹ ਜੁਰਮਾਨਾ ਨਾ ਕਰਾਂ ਤਦ ਮੇਰੀ ਨੌਕਰੀ ਚਲੀ ਜਾਵੇਗੀ, ਸਾਨੂੰ ਪਰਤਿਆਵੇ ਵਿੱਚ ਨਾ ਪਾਓ। ਪ੍ਰਭੂ ਵਾਲੀ ਪ੍ਰਾਰਥਨਾ ਆਪ ਵਿੱਚੋਂ ਬਹੁਤ ਸਾਰੇ ਪ੍ਰਭੂ ਵਾਲੀ ਪ੍ਰਾਰਥਨਾ ਤੋਂ ਇਲਾਵਾ ਇਹੋ ਹੀ ਸਮਝਦੇ ਹਨ ਕਿ ਬਹੁਤ ਸਾਰੇ ਲੋਕਾਂ ਦੇ ਲਈ ਪ੍ਰਾਰਥਨਾ ਕਰਨਾ ਇੱਕ ਜੱਦੋ-ਜਹਿਦ ਕਰਨਾ ਵਰਗਾ ਹੁੰਦਾ ਹੈ। ਜੇਕਰ ਮੈਂ ਇੱਕ ਪਲ ਦੇ ਲਈ ਸਿਧਾਂਤਕ ਸਿੱਖਿਆ ਦਾ ਜ਼ਿਕਰ ਕਰ ਸਕਾਂ ਤਦ ਮੈਂ ਆਪ ਨੂੰ ਦੱਸ ਦੇਵਾਂ ਕਿ 2 ਟੋਲੀਆਂ ਹਨ ਜਿਨ੍ਹਾਂ ਦਾ ਸੰਬੰਧ ਪਰਮੇਸ਼ਰ ਦੀ ਸਰਬ ਉੱਚਤਾ ਨਾਲ ਹੈ। ਮੈਨੂੰ ਆਪ ਲਈ ਇਸ ਦੀ ਵਿਆਖਿਆ ਕਰਨ ਦਿਓ ਤਾਂ ਕਿ ਇਹ ਗੁੰਝਲਦਾਰ ਨਾ ਹੋ ਸਕੇ, ਕਿਉਂਕਿ ਜੇਕਰ ਇਹ ਗੁੰਝਲਦਾਰ ਹੋ ਜਾਂਦਾ ਮੈਂ ਇਸ ਨੂੰ ਸਮਝ ਨਹੀਂ ਸਕਾਂਗਾ। ਇੱਕ ਟੋਲੀ ਲੋਕਾਂ ਦੀ ਇਹੋ ਜਿਹੀ ਹੈ ਜੋ ਕਿ ਜੌਨ ਕੈਲਵਿਨ ਦੀ ਟੋਲੀ ਨਾਲ ਜੁੜੀ ਹੋਈ ਹੈ ਅਤੇ ਉਹਨਾਂ ਨੂੰ ਕੈਲਵਿਨਸ ਆਖਿਆ ਜਾਂਦਾ ਹੈ। ਕਿ ਆਪ ਨੇ ਕਦੀ ਇਹ ਸ਼ਬਦ ਸੁਣਿਆ ਹੈ? ਕੈਲਵਿਨਸ ਜੋ ਹਨ ਉਹ ਸੱਚਮੁੱਚ ਪਰਮੇਸ਼ਰ ਦੀ ਸਰਬ ਉੱਚ ਬਾਰੇ ਬਹੁਤ ਮਜ਼ਬੂਤ ਹਨ ਕਿ ਪਰਮੇਸ਼ਰ ਹੀ ਹੈ ਜੋ ਸਭ ਕਾਸੇ ਦਾ ਇੰਚਾਰਜ ਹੈ। ਫਿਰ ਇੱਕ ਹੋਰ ਟੋਲੀ ਹੈ ਜਿਸ ਨੂੰ ਅਰਮੋਨੀਅਸ ਵਜੋਂ ਆਖਿਆ ਜਾਂਦਾ ਹੈ। ਕਿ ਆਪ ਨੇ ਕਦੇ ਇਹਨਾਂ ਲੋਕਾਂ ਬਾਰੇ ਸੁਣਿਆ ਹੈ? ਉਹ ਇੱਕ ਮਨੁੱਖ ਦੇ ਚੇਲੇ ਹਨ ਜਿਸ ਦਾ ਨਾਮ ਅਰਮੋਨੀਅਸ ਹੈ ਅਤੇ ਉਹ ਜ਼ਿਆਦਾਤਰ ਮਨੁੱਖ ਦੀ ਆਜ਼ਾਦੀ ਇੱਛਾ ਦੀ ਗੱਲ ਕਰਦੇ ਹਨ। ਇਸ ਤਰ੍ਹਾਂ ਆਪ ਦੇ ਕੋਲ ਇੱਕ ਟੋਲਾ ਹੈ ਕੈਲਵਿਨਸ ਦਾ ਅਤੇ ਦੂਸਰਾ ਹੈ ਅਰਮੀਨੀਅਸ ਦਾ। ਕਿਸੇ ਨੇ ਆਖਿਆ ਸੀ ਕਿ ਤੁਸੀਂ ਕੌਣ ਹੋ, ਅਤੇ ਮੈਂ ਉਹਨਾਂ ਨੂੰ ਆਖਿਆ ਸੀ ਕਿ ਮੈਂ ਇੱਕ ਕੈਲਵਿਨਸ। ਕੀ ਆਪ ਜਾਣਦੇ ਹੋ ਕਿ ਇਹ ਕੀ ਹੈ? ਇਹ ਇਹਨਾਂ ਦੋਨਾਂ ਟੋਲੀਆਂ ਦੇ ਕੁਝ ਵਿਚਕਾਰ ਦਾ ਰਾਸਤਾ ਹੈ। ਕੈਲਵਿਨਸ ਲੋਕ ਇਹ ਵਿਸ਼ਵਾਸ ਕਰਦੇ ਹਨ ਕਿ ਸਭ ਕੁਝ ਪਰਮੇਸ਼ਰ ਦੇ ਅਧੀਨ ਹੈ
ਅਤੇ ਮਨੁੱਖ ਦੇ ਹੱਥ ਵਿੱਚ ਕੁਝ ਵੀ ਨਹੀਂ। ਕਦੇ-ਕਦੇ ਅਰਮੀਨੀਅਸ ਇਹ ਵਿਸ਼ਵਾਸ ਕਰਦੇ ਹਨ ਕਿ ਸਭ ਕੁਝ ਮਨੁੱਖ ਦੇ ਉੱਤੇ ਹੀ ਨਿਰਭਰ ਹੈ ਅਤੇ ਬੜੀ ਮੁਸ਼ਕਲ ਦੇ ਨਾਲ ਕੋਈ ਚੀਜ਼ ਪਰਮੇਸ਼ਰ ਦੇ ਹੱਥ ਵਿੱਚ ਹੈ। ਮੈਂ ਇੱਕ ਕਹਾਣੀ ਪੜ੍ਹੀ ਸੀ ਜੋ ਕਿ ਇਹ ਦਰਸਾਉਂਦੀ ਹੈ ਕਿ ਕਿਸ ਤਰ੍ਹਾਂ ਇਹ ਸਵਾਲ ਕਦੇ-ਕਦੇ ਧਾਰਮਿਕ ਮਸੀਹਾਂ ਨੂੰ ਵੀ ਨਿਰਾਸ਼ ਕਰ ਸਕਦੇ ਹਨ। ਜਾਰਜ ਵਿਟਫੀਲਡ ਇੱਕ ਕੈਲਵਿਨਸ ਪ੍ਰਚਾਰਕ ਸੀ। ਜੌਨ ਵੈਸਲੀ ਉਹ ਇੱਕ ਅਰਮੀਨੀਅਸ ਪ੍ਰਚਾਰਕ ਸੀ। ਆਪ ਇਸ ਉੱਤੇ ਵਿਸ਼ਵਾਸ ਕਰੋ ਜਾਂ ਨਹੀਂ। ਇੱਕ ਰਾਤ ਉਹ ਇਕੱਠੇ ਇੱਕ ਸਭਾ ਦੇ ਵਿੱਚ ਪ੍ਰਚਾਰ ਕਰ ਰਹੇ ਸੀ ਅਤੇ ਉਹ ਇੱਕੋ ਹੀ ਕਮਰੇ ਦੇ ਵਿੱਚ ਹਰ ਰਾਤ ਸੌਂਦੇ ਸਨ ਅਤੇ ਇੱਕੋ ਹੀ ਹੋਟਲ ਦੇ ਵਿੱਚ ਰਹਿ ਰਹੇ ਸਨ। ਜਾਰਜ ਵਿਟਫੀਲਡ ਜੋ ਕਿ ਕੈਲਵਿਨਸ ਅਤੇ ਜੌਨ ਵੈਸਲੀ ਜੋ ਕਿ ਅਰਮੀਨੀਅਸ ਹੈ, ਜਦੋਂ ਉਹ ਕੁਝ ਸਮਾਂ ਉਸ ਲੋਕਾਂ ਦੇ ਸਮਾਜ ਦੇ ਵਿੱਚ ਪ੍ਰਚਾਰ ਕਰਦੇ ਆ ਰਹੇ ਸਨ, ਤਦ ਉਹ ਇੱਕ ਰਾਤ ਇਕੱਠੇ ਆਪਣੇ ਕਮਰੇ ਵਿੱਚ ਜਿੱਥੇ ਰਹਿ ਰਹੇ ਸਨ ਵਾਪਸ ਗਏ ਅਤੇ ਉਹ ਥੱਕੇ ਹੋਏ ਸਨ ਅਤੇ ਸੌਣ ਦੀ ਤਿਆਰੀ ਕਰ ਰਹੇ ਸਨ ਅਤੇ ਉਹ ਪ੍ਰਾਰਥਨਾ ਕਰਨ ਹੀ ਵਾਲੇ ਸਨ। ਵਿਟਫੀਲਡ ਜੋ ਕਿ ਕੈਲਵਿਨਸ ਵੀ ਉਸ ਤਰ੍ਹਾਂ ਪ੍ਰਾਰਥਨਾ ਕਰਨ ਲਈ ਇਕੱਠੇ ਬੈਠ ਕੇ ਆਪਣੇ ਆਪ ਨੂੰ ਪ੍ਰਾਰਥਨਾ ਵਿੱਚ ਲਗਾਏ। ਸਾਰਿਆਂ ਦੇ ਲਈ ਤੇਰਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨਾਲ ਅਸੀਂ ਅੱਜ ਗੱਲਬਾਤ ਕੀਤੀ ਸੀ ਅਤੇ ਅਸੀਂ ਆਨੰਦ ਕਰਦੇ ਹਾਂ ਕਿ ਉਹਨਾਂ ਦੇ ਜੀਵਨ ਅਤੇ ਉਹਨਾਂ ਦੇ ਭਵਿੱਖ ਪੂਰੀ ਤਰ੍ਹਾਂ ਤੇਰੇ ਹੱਥ ਵਿੱਚ ਹਨ। ਸਾਡੀਆਂ ਕੋਸ਼ਿਸ਼ਾਂ ਨੂੰ ਆਪਣੀ ਸੰਪੂਰਨ ਇੱਛਾ ਦੇ ਅਨੁਸਾਰ ਫਲਵੰਤ ਕਰ। ਆਮੀਨ। ਉਹ ਆਪਣੇ ਗੋਡਿਆਂ ਭਰਨੇ ਤੋਂ ਉੱਠਿਆ ਅਤੇ ਆਪਣੇ ਬਿਸਤਰ ਵਿੱਚ ਲੇਟ ਗਿਆ। ਜੌਨ ਵੈਸਲੀ ਜਿਸ ਨੇ ਬੜੀ ਮੁਸ਼ਕਲ ਦੇ ਨਾਲ ਆਪਣੀ ਪ੍ਰਾਰਥਨਾ ਜੇ ਸ਼ੁਰੂ ਹੀ ਕੀਤੀ ਸੀ, ਉਸਨੇ ਆਪਣੇ ਮੰਜੇ ਦੇ ਇੱਕ ਪਾਸਿਓਂ ਤੱਕਿਆ ਅਤੇ ਆਖਿਆ, ਸ਼੍ਰੀਮਾਨ ਜੀ ਵਿਟਫੀਲਡ ਜੀ, ਕਿ ਇਹੋ ਹੀ ਹੈ ਜਿੱਥੇ ਕਿ ਕਨਵੀਨਸ ਤੁਹਾਨੂੰ ਲਿਜਾਣ ਵਿੱਚ ਤੁਹਾਡੀ ਅਗਵਾਈ ਕਰਦਾ ਹੈ। ਫਿਰ ਉਸਨੇ ਆਪਣਾ ਸਿਰ ਨਿਵਾਹ ਕਰ ਲਿਆ ਅਤੇ ਪ੍ਰਾਰਥਨਾ ਕਰਦਾ ਗਿਆ। ਵਿਟਫੀਲਡ ਆਪਣੇ ਬਿਸਤਰ ਵਿੱਚ ਪਿਆ ਰਿਹਾ ਅਤੇ ਸੋ ਗਿਆ। 2 ਘੰਟੇ ਬਾਅਦ ਵਿਟਫੀਲਡ ਫਿਰ ਜਾਗਿਆ ਅਤੇ ਉਸਨੇ ਇਸ ਗੱਲ ਨੂੰ ਨਿਸ਼ਚਿੰਤ ਕੀਤਾ ਕਿ ਵੈਸਲੀ ਅਜੇ ਵੀ ਆਪਣੇ ਬਿਸਤਰ ਦੇ ਲਾਗੇ ਗੋਡਿਆਂ ਦੇ ਭਰਨੇ ਪ੍ਰਾਰਥਨਾ ਕਰ ਰਿਹਾ ਸੀ। ਇਸ ਕਰਕੇ ਵਿਟਫੀਲਡ ਉੱਠਿਆ ਅਤੇ ਜਿੱਥੇ ਵੈਸਲੀ ਗੋਡਿਆਂ ਭਰਨੇ ਪ੍ਰਾਰਥਨਾ ਕਰ ਰਿਹਾ ਸੀ, ਉਸ ਦੇ ਆਲੇ ਦੁਆਲੇ ਘੁੰਮਦਿਆਂ ਤਦ ਉਸਨੇ ਵੇਖਿਆ ਕਿ ਜੌਨ ਵੈਸਲੀ ਸੋ ਰਿਹਾ ਸੀ। ਉਸਨੇ ਉਸ ਦੇ ਮੋਢੇ ਨੂੰ ਹਿਲਾਇਆ ਅਤੇ ਆਖਿਆ, ਸ਼੍ਰੀਮਾਨ ਵੈਸਲੀ ਜੀ, ਕੀ ਇਹੋ ਹੀ ਹੈ ਜੋ ਅਰਮੀਨੀਅਸ ਤੁਹਾਨੂੰ ਸਿਖਾ ਰਿਹਾ ਹੈ? ਕੈਲਵਿਨਸ ਔਰ ਅਰਮੀਨੀਅਸ ਦੇ ਵਿਚਕਾਰ ਕਿਧਰੇ ਅਸਲ ਸਚਾਈ ਹੈ ਅਤੇ ਆਪ ਜਾਣਦੇ ਹੋ ਜੋ ਮੈਂ ਖੋਜਿਆ ਹੈ, ਸੰਪੂਰਨ ਬਾਈਬਲ ਦੇ ਵਿੱਚ ਕਿਧਰੇ ਵੀ ਇਹੋ ਜਿਹਾ ਸਥਾਨ ਨਹੀਂ ਜੋ ਕਿ ਪ੍ਰਭੂ ਵਾਲੀ ਪ੍ਰਾਰਥਨਾ ਨਾਲੋਂ ਬਿਹਤਰ ਇਹਨਾਂ ਦੋਹਾਂ ਨੂੰ ਇਕੱਠਾ ਲਿਆਉਂਦਾ ਹੋਵੇ। ਕਿਉਂਕਿ ਪ੍ਰਭੂ ਵਾਲੀ ਪ੍ਰਾਰਥਨਾ ਦੇ ਵਿੱਚ ਰਾਜ ਤੇਰਾ ਹੈ, ਸਾਮਰਥ ਵੀ ਤੇਰੀ ਹੈ, ਤੇਰਾ ਰਾਜ ਆਵੇ ਅਤੇ ਤੇਰੀ ਮਰਜ਼ੀ ਪੂਰੀ ਹੋਵੇ। ਅਤੇ ਇਸ ਦੇ ਵਿਚਕਾਰ ਹੈ, ਸਾਡੀ ਅੱਜ ਦੀ ਰੋਟੀ ਸਾਨੂੰ ਦੇ ਅਤੇ ਸਾਡੇ ਪਾਪ ਸਾਨੂੰ ਮਾਫ ਕਰ। ਪਰਮੇਸ਼ਰ ਦੇ ਮਰਜ਼ੀ ਦੇ ਵਿੱਚ ਇੱਥੇ ਕੋਈ ਵੀ ਦੋ ਰਾਏ ਨਹੀਂ ਹੈ। ਜਦੋਂ ਅਸੀਂ ਇੱਕ ਦਿਨ ਸਵਰਗ ਵਿੱਚ ਜਾਵਾਂਗੇ, ਉੱਥੇ ਸਵਰਗ ਦਾ ਕੋਈ ਵੀ ਇੱਕ ਹਿੱਸਾ ਅਰਮੀਨੀਅਸ ਅਤੇ ਸਵਰਗ ਦਾ ਇੱਕ ਹਿੱਸਾ ਕੈਲਵਿਨਸ ਨਹੀਂ ਹੋਣ ਜਾ ਰਿਹਾ। ਅਸੀਂ ਸਾਰੇ ਇਹ ਵੇਖਣ ਜਾ ਰਹੇ ਹਾਂ ਕਿ ਕੈਲਵਿਨਸ ਠੀਕ ਸਨ। ਇਹੋ ਹੀ ਵਰਪੇਗਾ ਜਦੋਂ ਸਵਰਗ ਵਿੱਚ ਜਾਵਾਂਗੇ। ਪਰ ਪ੍ਰਭੂ ਵਾਲੀ ਪ੍ਰਾਰਥਨਾ ਇਹ ਉਸ ਵਿੱਚ ਕਿੰਨਾ ਸੁੰਤਨ ਲਿਆਉਂਦੀ ਹੈ। ਜੋ ਕੁਝ ਵੀ ਅਸੀਂ ਕਰਦੇ ਹਾਂ ਅਤੇ ਅਸੀਂ ਕਿਵੇਂ ਸਿੱਖ ਸਕਦੇ ਹਾਂ, ਸਿਰਫ ਪ੍ਰਾਰਥਨਾ ਕਰਨਾ ਹੀ ਨਹੀਂ, ਬਲਕਿ ਇਸ ਪ੍ਰਾਰਥਨਾ ਦੇ ਸ਼ਬਦ ਦਾ ਅਧਿਐਨ ਕਰਦਿਆਂ ਅਤੇ ਇਸ ਦੇ ਨਮੂਨੇ ਦੇ ਪਿੱਛੇ ਚੱਲਦਿਆਂ ਅਸੀਂ ਜੀਵਨ ਦੇ ਬਾਰੇ ਕਿਵੇਂ ਸਿੱਖ ਸਕਦੇ ਹਾਂ। ਬਾਈਬਲ ਦੇ ਵਿੱਚ 2 ਥਾਵਾਂ ਤੇ ਅਸੀਂ ਇਸ ਨੂੰ ਪਾਉਂਦੇ ਹਾਂ, ਮੱਤੀ ਦੀ ਅੰਜੀਲ 6 ਅਧਿਆਏ ਅਤੇ ਲੂਕਾ ਦੀ ਅੰਜੀਲ ਦੇ 11 ਅਧਿਆਏ ਵਿੱਚ, ਅਤੇ ਅਸੀਂ ਇਸ ਦਾ ਅਧਿਐਨ ਮੱਤੀ ਦੀ ਅੰਜੀਲ 6 ਅਧਿਆਏ ਵਿੱਚ ਕਰ ਰਹੇ ਹਾਂ। ਹੁਣ ਇਸ ਤੋਂ ਪਹਿਲਾਂ ਕਿ ਪ੍ਰਭੂ ਇਸ 6 ਅਧਿਆਏ ਵਿੱਚ ਪ੍ਰਾਰਥਨਾ ਜ਼ਿਕਰ ਅਸਲ ਵਿੱਚ ਕਰਦਾ ਹੈ, ਉਸ ਤੋਂ ਪਹਿਲਾਂ ਉਹ ਕੁਝ ਜ਼ਰੂਰਤਾਂ ਦਾ ਜ਼ਿਕਰ ਕਰਦਾ ਹੈ ਅਤੇ ਸਾਨੂੰ ਇਹਨਾਂ ਦਾ ਧਿਆਨ ਇਸ ਪਹਿਲੇ ਸੰਦੇਸ਼ ਦੇ ਵਿੱਚ ਰੱਖਣ ਦੀ ਜ਼ਰੂਰਤ ਹੈ ਤਾਂ ਕਿ ਅਸੀਂ ਉਸ ਨੂੰ ਸਮਝ ਸਕੀਏ ਜੋ ਕਿ ਪ੍ਰਭੂ ਨੇ ਆਖਿਆ ਸੀ ਕਿ ਤੁਸੀਂ ਇਸ ਤਰ੍ਹਾਂ ਪ੍ਰਾਰਥਨਾ ਕਰਿਆ ਕਰੋ। ਅਤੇ ਫਿਰ ਉਸਨੇ ਆਖਿਆ ਸੀ, ਕੁਝ ਗੱਲਾਂ ਹਨ ਜੋ ਮੈਂ ਇਸ ਤੋਂ ਪਹਿਲਾਂ ਕਿ ਆਪ ਸੱਚਮੁੱਚ ਪ੍ਰਾਰਥਨਾ ਕਰੋ ਜੋ ਮੈਂ ਆਪ ਨੂੰ ਦੱਸਣਾ ਚਾਹੁੰਦਾ ਹਾਂ। ਪ੍ਰਾਰਥਨਾ ਬਾਰੇ ਮੁੱਢਲੀਆਂ ਹਦਾਇਤਾਂ। ਇਸ ਦੇ ਵਿੱਚ ਪਹਿਲੀ ਗੱਲ ਹੈ ਕਿ ਕਪਟੀਆਂ ਵਾਂਗੂ ਪ੍ਰਾਰਥਨਾ ਨਾ ਕਰੋ। ਇਸ ਦੇ ਵਿੱਚ ਪਹਿਲੀ ਗੱਲ ਹੈ ਪਵਿੱਤਰਤਾਈ ਦੀ ਬਜਾਏ ਅਹੁਦਾ। ਪਹਿਲੀ ਗੱਲ ਜਿਸ ਦਾ ਉਹ ਜ਼ਿਕਰ ਕਰਦਾ ਹੈ ਉਹ ਇਹ ਹੈ ਕਿ ਸਾਡੀਆਂ ਪ੍ਰਾਰਥਨਾ ਦੇ ਵਿੱਚ ਕੋਈ ਵੀ ਕਪਟ ਨਾ ਹੋਵੇ। ਉਹ ਅਸਲ ਵਿੱਚ ਕਪਟੀ ਸ਼ਬਦ ਦਾ ਇਸਤੇਮਾਲ ਇਸ ਆਇਤ ਵਿੱਚ ਕਰਦਾ ਹੈ। ਉਹ ਆਖਦਾ, ਜਦੋਂ ਤੁਸੀਂ ਪ੍ਰਾਰਥਨਾ ਕਰੋ, ਮੱਤੀ ਦੀ ਅੰਜੀਲ 6 ਅਧਿਆਏ ਉਸ ਦੀ 5 ਐਤ, ਅਤੇ ਜੇ ਤੁਸੀਂ ਪ੍ਰਾਰਥਨਾ ਕਰੋ ਤੇ ਕਪਟੀਆਂ ਵਾਂਗੂ ਨਾ ਹੋ, ਕਿਉਂ ਜੋ ਉਹ ਸਮਾਜਾਂ ਅਤੇ ਚੌਂਕਾਂ ਦੇ ਖੂਜਾਂ ਵਿੱਚ ਖੜੇ ਹੋ ਕੇ ਪ੍ਰਾਰਥਨਾ ਕਰਨੀ ਪਸੰਦ ਕਰਦੇ ਹਨ। ਜੋ ਮਨੁੱਖ ਉਹਨਾਂ ਨੂੰ ਵੇਖਣ, ਮੈਂ ਤੁਹਾਨੂੰ ਸੱਚ ਆਖਦਾ ਹਾਂ, ਜੋ ਉਹ ਆਪਣਾ ਫਲ ਪਾ ਚੁੱਕੇ। ਉਹ ਜ਼ਮਾਨਾ ਜਿਸ ਵਿੱਚ ਯਿਸੂ ਨੇ ਇਹ ਸ਼ਬਦ ਆਖੇ ਸਨ, ਯਹੂਦੀ ਫਰੀਸੀ ਖਾਸ ਤੌਰ ਤੇ ਦਿਨ ਦੇ ਖਾਸ ਪਹਿਰ ਦੇ ਦੌਰਾਨ ਪ੍ਰਾਰਥਨਾ ਕਰਨ ਨੂੰ ਸਮਰਪਿਤ ਸਨ
3 ਵਜੇ, 6 ਵਜੇ, 9 ਵਜੇ ਅਤੇ 12 ਵਜੇ। ਹਮੇਸ਼ਾ ਜਦੋਂ ਵੀ ਉਹ ਹਰੇਕ ਤੀਸਰੇ ਘੰਟੇ ਦੇ ਨਜ਼ਦੀਕ ਢੁਕਦੇ ਸਨ, ਤਦ ਉਹ ਜਿੱਥੇ ਵੀ ਸਨ ਰੁਕ ਜਾਂਦੇ ਸਨ ਅਤੇ ਉੱਚੀ ਆਵਾਜ਼ ਵਿੱਚ ਉਹ ਪ੍ਰਾਰਥਨਾ ਕਰਦੇ ਸਨ। ਅਤੇ ਉਸ ਜ਼ਮਾਨੇ ਦੇ ਕੁਝ ਇਤਿਹਾਸ ਨੂੰ ਪੜ੍ਹਦਿਆਂ ਮੈਂ ਇਹ ਜਾਣਿਆ ਹੈ ਕਿ ਕੁਝ ਕੁ ਫਰੀਸੀ ਆਪਣੇ ਦਿਨ ਦੀ ਵਿਉਂਤਬੰਦੀ ਇਸ ਤਰ੍ਹਾਂ ਤਿਆਰ ਕਰਦੇ ਸਨ ਕਿ ਜਦੋਂ ਵੀ ਘੜੀ 3, 9 ਜਾਂ 12 ਵੱਜਣ ਦੀ ਘੰਟੀ ਖੜਕਾਉਂਦੀ ਸੀ, ਤਦ ਉਹ ਸਭ ਤੋਂ ਵੱਧ ਸਰਵਜਨਿਕ ਸਥਾਨ ਉੱਤੇ ਹੋਣ, ਤਾਂ ਕਿ ਉਹ 12 ਵਜੇ ਉਹ ਜ਼ਰੂਰੀ ਹੈ ਕਿ ਸ਼ਹਿਰ ਦੇ ਕੇਂਦਰ ਦੇ ਵਿਚਕਾਰ ਹੋਣ, ਅਤੇ ਜਦੋਂ ਉਹ ਸ਼ਹਿਰ ਦੇ ਠੀਕ ਵਿਚਕਾਰ ਪਾਏ ਜਾਣ ਅਤੇ 12 ਵੱਜ ਜਾਣ, ਤਦ ਕਲਪਨਾ ਕਰੋ ਕਿ ਉਹ ਆਪਣੇ ਹੱਥ ਉੱਪਰ ਉਠਾਉਣਗੇ ਅਤੇ ਉੱਚੀ ਆਵਾਜ਼ ਵਿੱਚ ਉਹ ਪ੍ਰਾਰਥਨਾ ਕਰਨਗੇ, ਅਤੇ ਉੱਥੇ ਆਲੇ ਦੁਆਲੇ ਪਾਇਆ ਜਾਣ ਵਾਲਾ ਹਰੇਕ ਵਿਅਕਤੀ ਇਹੋ ਹੀ ਆਖੇਗਾ, ਵਾਹ, ਜ਼ਰੂਰ ਹੀ ਇਹ ਵਿਅਕਤੀ ਇੱਕ ਆਤਮਿਕ ਵਿਅਕਤੀ ਹੋਵੇਗਾ। ਯਿਸੂ ਜੀ ਨੇ ਆਖਿਆ ਸੀ, ਜਦੋਂ ਤੁਸੀਂ ਪ੍ਰਾਰਥਨਾ ਕਰੋ ਤਾਂ ਤੁਸੀਂ ਇਸ ਤਰ੍ਹਾਂ ਪ੍ਰਾਰਥਨਾ ਨਾ ਕਰੋ, ਕਿਉਂਕਿ ਕਪਟੀਆਂ ਵਾਂਗੂ ਪ੍ਰਾਰਥਨਾ ਜੋ ਹੈ ਉਹ ਪਵਿੱਤਰਤਾ ਦੀ ਬਜਾਏ ਅਹੁਦੇ ਦੇ ਉੱਤੇ ਧਿਆਨ ਕੇਂਦਰਿਤ ਕਰਦੀ ਹੈ। ਮੱਤੀ ਦੀ ਅੰਜੀਲ 23 ਅਧਿਆਏ 28 ਐਤ ਵਿੱਚ ਇਹ ਹੈ, ਇਸ ਤਰ੍ਹਾਂ ਤੁਸੀਂ ਵੀ ਬਾਹਰੋਂ ਮਨੁੱਖਾਂ ਨੂੰ ਧਰਮੀ ਵਿਖਾਈ ਦਿੰਦੇ ਹੋ, ਪਰ ਅੰਦਰੋਂ ਕਪਟ ਔਰ ਕੁਧਰਮ ਨਾਲ ਭਰੇ ਹੋਏ ਹੋ। ਅਤੇ ਇਹ ਹਮੇਸ਼ਾ ਹੀ ਸੱਚ ਨਹੀਂ ਹੈ ਕਿ ਜਦੋਂ ਕੁਝ ਤੁਸੀਂ ਬਾਹਰੋਂ ਵੇਖਦੇ ਹੋ ਉਹ ਉਸ ਵਿਅਕਤੀ ਦੀ ਅਸਲੀਅਤ ਨੂੰ ਦਰਸਾਉਂਦਾ ਹੈ। ਯਿਸੂ ਜੀ ਇਹ ਖਾਹਿਸ਼ ਰੱਖਦੇ ਹਨ ਕਿ ਅਸੀਂ ਜਾਣੀਏ ਕਿ ਇਹ ਇਸ ਵਿੱਚ ਨਹੀਂ ਹੈ, ਕਿ ਅਸੀਂ ਸਰਵਜਨਿਕ ਤੌਰ ਤੇ ਪ੍ਰਾਰਥਨਾ ਕਰੀਏ ਕਿ ਪਰਮੇਸ਼ਰ ਸਾਡੀ ਦੇਖਭਾਲ ਕਰਦਾ ਹੈ। ਇਸ ਨੂੰ ਕਪਟੀਆਂ ਦੀ ਤਰ੍ਹਾਂ ਨਾ ਕਰੋ। ਦੂਸਰਾ, ਫਲ ਤੋਂ ਪਹਿਲਾਂ ਮਾਨਤਾ, ਕਿਉਂਕਿ ਕਪਟੀ ਤੌਰ ਤੇ ਪ੍ਰਾਰਥਨਾ ਜੋ ਕਰਨਾ ਹੈ ਇਹ ਪਵਿੱਤਰਤਾ ਦੀ ਬਜਾਏ ਅਹੁਦੇ ਉੱਤੇ ਹੀ ਧਿਆਨ ਕੇਂਦਰਿਤ ਨਹੀਂ ਕਰਦਾ, ਪਰ ਜੋ ਕਪਟੀ ਪ੍ਰਾਰਥਨਾ ਹੈ ਉਹ ਹੈ ਫਲ ਤੋਂ ਬਜਾਏ ਮਾਨਤਾ ਉੱਤੇ ਧਿਆਨ ਕੇਂਦਰਿਤ ਕਰਦਾ ਹੈ। ਪ੍ਰਭੂ ਦੀ ਪ੍ਰਾਰਥਨਾ ਦਾ ਅਧਿਐਨ ਕਰਨ ਤੋਂ ਇੱਕ ਬਹੁਤ ਹੀ ਸ਼ਾਂਤ ਵਿਚਾਰ ਨਿਕਲ ਕੇ ਸਾਹਮਣੇ ਆਉਂਦਾ ਹੈ। ਹੇ ਮਨੁੱਖੋ ਅਤੇ ਔਰਤੋ, ਉਹ ਵਿਚਾਰ ਇਹ ਹੈ ਕਿ ਕੋਈ ਵੀ ਵਿਅਕਤੀ ਇੱਕੋ ਹੀ ਸਮੇਂ ਮਨੁੱਖ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਦਾ ਪਰਮੇਸ਼ਰ ਨੂੰ ਪ੍ਰਭਾਵਿਤ ਕਰਨ ਦੇ ਯੋਗ ਨਹੀਂ ਹੋ ਸਕਦਾ। ਤੁਸੀਂ ਇਸ ਤਰ੍ਹਾਂ ਨਹੀਂ ਕਰ ਸਕਦੇ, ਅਤੇ ਇਸ ਕਰਕੇ ਠੀਕ ਆਰੰਭ ਵਿੱਚ ਹੀ ਯਿਸੂ ਜੀ ਨੇ ਸਾਨੂੰ ਚੇਤਾਵਨੀ ਦਿੱਤੀ ਹੈ। ਉਹ ਪ੍ਰਾਰਥਨਾ, ਪ੍ਰਭੂ ਵਾਲੀ ਪ੍ਰਾਰਥਨਾ ਜ਼ਰੂਰੀ ਤੌਰ ਤੇ ਕੁਝ ਇਸ ਤਰ੍ਹਾਂ ਨਹੀਂ ਹੈ ਜੋ ਕਿ ਅਸੀਂ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਦੇ ਵਿੱਚ ਰੁਚੀ ਰੱਖਣ ਵਾਲੀ ਹੋਵੇ। ਆਪਣੀ ਪ੍ਰਾਰਥਨਾ ਦੂਸਰਿਆਂ ਦੇ ਲਈ ਨਾ ਕਰੋ, ਕਿਉਂਕਿ ਇਹ ਆਪ ਜਾਣਦੇ ਹੋ ਕਿ ਜੋ ਕਪਟੀਆਂ ਵਾਲੀ ਪ੍ਰਾਰਥਨਾ ਉਹ ਫਲ ਦੀ ਬਜਾਏ ਮਾਨਤਾ ਤੇ ਧਿਆਨ ਕੇਂਦਰਿਤ ਕਰਦੀ ਹੈ, ਅਤੇ ਬਾਈਬਲ ਆਖਦੀ ਹੈ ਕਿ ਸਾਨੂੰ ਇਹ ਪ੍ਰਾਰਥਨਾ ਨਹੀਂ ਕਰਨੀ ਚਾਹੀਦੀ। ਭਾਗ ਐੜਾ, ਗੈਰ ਕੌਮਾਂ ਦੀ ਤਰ੍ਹਾਂ ਪ੍ਰਾਰਥਨਾ ਨਾ ਕਰੋ। ਪਰ ਫਿਰ ਵੀ ਪ੍ਰਭੂ ਜੀ ਇੱਕ ਹੋਰ ਚੇਤਾਵਨੀ ਸਾਨੂੰ ਦਿੰਦੇ ਹਨ। ਉਹ ਆਖਦੇ ਹਨ, ਕਪਟੀਆਂ ਦੀ ਤਰ੍ਹਾਂ ਪ੍ਰਾਰਥਨਾ ਨਾ ਕਰੋ। ਅਤੇ ਇੱਥੇ ਕਪਟੀ ਸ਼ਬਦ ਉੱਤੇ ਗੌਰ ਕਰੋ, ਜੋ ਕਿ 5 ਐਤ ਵਿੱਚ ਹੈ, ਪਰ 7 ਐਤ ਵਿੱਚ ਉਸ ਨੇ ਆਖਿਆ ਸੀ ਗੈਰ ਕੌਮਾਂ ਦੀ ਤਰ੍ਹਾਂ ਪ੍ਰਾਰਥਨਾ ਨਾ ਕਰੋ, ਅਤੇ ਇਹ ਸ਼ਬਦ 7 ਐਤ ਵਿੱਚ ਹਨ, ਕਪਟੀਆਂ ਦੀ ਤਰ੍ਹਾਂ ਪ੍ਰਾਰਥਨਾ ਨਾ ਕਰੋ ਅਤੇ ਗੈਰ ਕੌਮਾਂ ਦੀ ਪ੍ਰਾਰਥਨਾ ਨਾ ਕਰੋ। ਆਪ ਆਖਦੇ ਹੋ, ਠੀਕ ਹੈ, ਪਰ ਪਾਸਵਾਨ ਜ਼ਰਮੀਆ ਜੀ, ਕਿ ਗੈਰ ਕੌਮਾਂ ਦੇ ਲੋਕ ਪ੍ਰਾਰਥਨਾ ਕਰਦੇ ਹਨ? ਜੀ ਹਾਂ, ਉਹ ਕਰਦੇ ਹਨ। ਅਤੇ ਯਿਸੂ ਜੀ ਗੈਰ ਕੌਮਾਂ ਦੇ ਲੋਕਾਂ ਦੀ ਪ੍ਰਾਰਥਨਾ ਦੀ ਵਿਸ਼ੇਸ਼ਤਾਵਾਂ ਵਿੱਚੋਂ ਇੱਕ ਦਾ ਜ਼ਿਕਰ ਕਰਦੇ ਹਨ। ਇਹ ਹੈ ਬਕ-ਬਕ ਕਰਨਾ। ਇੱਥੇ ਪਰਮੇਸ਼ਰ ਦੇ ਕੋਲ ਇਸ ਤਰ੍ਹਾਂ ਆਉਣਾ ਹੈ ਜਿਵੇਂ ਕਿ ਬਾਰ-ਬਾਰ ਇੱਕੋ ਹੀ ਕਿਸਮ ਦੇ ਸ਼ਬਦਾਂ ਦਾ ਉਚਾਰਨ ਕਰਨਾ ਹੈ। ਉਹ ਕਰੀਬ-ਕਰੀਬ ਇੱਕ ਆਤਮਿਕ ਮਤਲਬ ਦੀ ਤਰ੍ਹਾਂ ਹੀ ਹੁੰਦਾ ਹੈ, ਤਾਂ ਕਿ ਪਰਮੇਸ਼ਰ ਸਾਨੂੰ ਸੁਣੇ। ਅਤੇ ਸਾਡੇ ਲਈ ਇਹ ਸੰਭਵ ਹੈ ਇੱਥੋਂ ਤੱਕ ਕਿ ਪਰਮੇਸ਼ਰ ਦੇ ਪ੍ਰਚਾਰਕ ਹੁੰਦੇ ਹੋਇਆ ਵੀ, ਅਤੇ ਹੋ ਸਕਦਾ ਹੈ ਕਿ ਕਿਸੇ ਮਸੀਹ ਕਾਲਜ ਜਾਂ ਫਿਰ ਮਸੀਹ ਹਾਈ ਸਕੂਲ ਦੇ ਵਿੱਚੋਂ ਪੜ੍ਹ ਚੁੱਕੇ ਵਿਅਕਤੀ ਹੋਣ ਵਜੋਂ ਵੀ ਸਾਡੇ ਲਈ ਇਹ ਸੰਭਵ ਹੈ ਕਿ ਅਸੀਂ ਗੈਰ ਕੌਮਾਂ ਦੇ ਲੋਕਾਂ ਦੀ ਤਰ੍ਹਾਂ ਪ੍ਰਾਰਥਨਾ ਦੇ ਮਿਜਾਜ ਵਿੱਚ ਗਿਰ ਜਾਈਏ। ਹੁਣ ਕਈ ਕਲੀਸਿਆਵਾਂ ਵਿੱਚ ਹੋ ਸਕਦਾ ਹੈ ਉਹਨਾਂ ਵਿੱਚ ਕੁਝ ਵਿੱਚੋਂ ਆਪ ਆਏ ਹੋ, ਉਹਨਾਂ ਕੋਲ ਇੱਕ ਪ੍ਰਾਰਥਨਾ ਦੀ ਕਿਤਾਬ ਆਖੀ ਜਾਣ ਵਾਲੀ ਇੱਕ ਪੁਸਤਕ ਹੁੰਦੀ ਹੈ, ਅਤੇ ਮੈਂ ਪ੍ਰਾਰਥਨਾ ਦੀਆਂ ਪੁਸਤਕਾਂ ਦੇ ਖਿਲਾਫ ਨਹੀਂ ਹਾਂ। ਮੈਂ ਇਸ ਦੇ ਵਿਰੁੱਧ ਕੋਈ ਵਿਖਿਆਨ ਕਰਨ ਦੀ ਖਾਹਿਸ਼ ਨਹੀਂ ਰੱਖਦਾ। ਉਹਨਾਂ ਵਿੱਚੋਂ ਇੱਕ ਸਭ ਤੋਂ ਮਹਾਨ ਚੀਜ਼ ਆਪ ਇਹ ਪਾਓਗੇ ਕਿ ਕੁਝ ਕੁ ਪੁਰਾਣੀਆਂ ਪ੍ਰਾਰਥਨਾਵਾਂ ਦੀਆਂ ਪੁਸਤਕਾਂ ਵਿੱਚ ਜੋ ਕਿ ਸਾਨੂੰ ਕਲੀਸਿਆ ਦੇ ਇਤਿਹਾਸ ਵਿੱਚ ਪ੍ਰਾਪਤ ਹੋਈਆਂ ਹਨ, ਉਹਨਾਂ ਵਿੱਚੋਂ ਸਭ ਤੋਂ ਮਹਾਨ ਕੁਝ ਕੁ ਚੀਜ਼ਾਂ ਸਾਨੂੰ ਮਿਲੀਆਂ ਹਨ। ਪਰ ਜੋ ਇੱਕ ਪ੍ਰਾਰਥਨਾ ਵਾਲੀ ਪੁਸਤਕ ਹੈ ਉਹ ਹੈ ਇੱਕ ਪਹਿਲਾਂ ਹੀ ਲਿਖੀ ਹੋਈ ਪ੍ਰਾਰਥਨਾ ਹੁੰਦੀ ਹੈ, ਅਤੇ ਜੇਕਰ ਆਪ ਇੱਕ ਅੱਛੀ ਪ੍ਰਾਰਥਨਾ ਵਾਲੀ ਪੁਸਤਕ ਲਓ ਤਦ ਆਪ ਦੇ ਦਿਲ ਦੀ ਖੁਆਇਸ਼ ਦੇ ਅਨੁਸਾਰ ਆਪ ਉਸ ਵਿੱਚੋਂ ਕੋਈ ਵੀ ਪ੍ਰਾਰਥਨਾ ਲੱਭ ਸਕਦੇ ਹੋ, ਕਿਸੇ ਵੀ ਮੌਕੇ ਲਈ, ਕਿਸੇ ਵੀ ਪਲ ਲਈ, ਆਪ ਜਿਸ ਦਾ ਅਨੁਭਵ ਆਪ ਕਰ ਸਕੋ। ਇਸ ਕਰਕੇ ਆਪ ਠੀਕ ਇਸ ਦੀ ਵਿਸ਼ੇ ਸੂਚੀ ਦੇ ਵਿੱਚ ਜਾਓ ਅਤੇ ਜੋ ਵੀ ਪ੍ਰਾਰਥਨਾ ਚਾਹੋ ਉਸ ਨੂੰ ਲੱਭ ਲਓ, ਅਤੇ ਫਿਰ ਉਸ ਪ੍ਰਾਰਥਨਾ ਨੂੰ ਉੱਚੀ ਆਵਾਜ਼ ਵਿੱਚ ਕਰੋ। ਹੁਣ ਜੇਕਰ ਉਹ ਪ੍ਰਾਰਥਨਾ ਤੁਹਾਡੇ ਦਿਲ ਨੂੰ, ਸੱਚਾਈ ਨੂੰ ਦਰਸਾਉਂਦੀ ਹੈ, ਤਦ ਪਰਮੇਸ਼ਰ ਇਸ ਨੂੰ ਸੁਣੇਗਾ ਅਤੇ ਇਹ ਉਸ ਦੇ ਸਨਮੁਖ ਗ੍ਰਹਿਣਯੋਗ ਹੋਵੇਗੀ। ਪਰ ਅਕਸਰ ਕਈ ਵਾਰ ਜੋ ਪੂਜਾ ਵਿਧੀ ਦੇ ਰਾਹੀਂ ਵਾਪਰਦਾ ਹੈ, ਅਤੇ ਪੂਜਾ ਵਿਧੀ ਨਾਲ ਸੰਬੰਧਿਤ ਇੱਕ ਚੁਣੌਤੀ ਇਹ ਹੈ ਜੋ ਕਿ ਸਾਡੇ ਲਈ ਵਾਰ-ਵਾਰ ਕੀਤੀ ਜਾਣ ਵਾਲੀ ਅਤੇ ਰੱਟੀ ਜਾਣ ਵਾਲੀ ਪ੍ਰਾਰਥਨਾ ਇੱਕ ਬਕ-ਬਕ ਕਰਨ ਵਾਲੀ ਹੀ ਬਣ ਜਾਂਦੀ ਹੈ, ਤਾਂ ਕਿ ਅਸੀਂ ਸਿਰਫ ਮੂੰਹ ਦੇ ਸ਼ਬਦਾਂ ਉੱਤੇ ਹੀ
ਖਲੋ ਸਕੀਏ, ਉਹਨਾਂ ਦਾ ਸਾਡੇ ਲਈ ਕੋਈ ਅਰਥ ਨਹੀਂ ਹੁੰਦਾ। ਅਤੇ ਯਿਸੂ ਜੀ ਇਹ ਸਮਝਣ ਵਿੱਚ ਸਾਡੀ ਮਦਦ ਕਰ ਰਹੇ ਹਨ ਕਿ ਜੋ ਕੁਝ ਉਹ ਆਪਣੇ ਲੋਕਾਂ ਤੋਂ ਚਾਹੁੰਦੇ ਹਨ ਉਹ ਸਹੀ ਸ਼ਬਦ ਨਹੀਂ ਹਨ, ਨਾ ਹੀ ਠੀਕ ਸ਼ਬਦਾਵਲੀ ਜੋ ਕਿ ਠੀਕ ਸੁਰ ਦੇ ਵਿੱਚ ਆਖੀ ਗਈ ਹੋਵੇ। ਪਰ ਉਹ ਜੋ ਚਾਹੁੰਦਾ ਹੈ ਉਹ ਤਾਂ ਇਹ ਹੈ ਕਿ ਆਪਣੇ ਲੋਕਾਂ ਦੇ ਨਾਲ ਇੱਕ ਸੰਬੰਧ ਜਾਂ ਰਿਸ਼ਤਾ, ਤਾਂ ਕਿ ਅਸੀਂ ਉਸ ਦੇ ਕੋਲ ਇਸ ਤਰ੍ਹਾਂ ਆਈਏ ਜਿਸ ਤਰ੍ਹਾਂ ਅਸੀਂ ਕਿਸੇ ਦੋਸਤ ਕੋਲ ਆਉਂਦੇ ਹਾਂ, ਅਤੇ ਅਸੀਂ ਉਹਦੇ ਨਾਲ ਗੱਲਬਾਤ ਕਰੀਏ ਅਤੇ ਇਹ ਸਾਡੇ ਰਿਸ਼ਤੇ ਵਿੱਚ ਅਰਥਪੂਰਨ ਹੋਵੇ। ਕੁਝ ਕਲੀਸਿਆਵਾਂ ਉਹਨਾਂ ਪ੍ਰਾਰਥਨਾਵਾਂ ਦੇ ਲਈ ਅਤੇ ਵਿਚਾਰਾਂ ਦੇ ਲਈ, ਜਿਵੇਂ ਕਿ ਮੈਂ ਇਸ ਨੂੰ ਸਮਝਿਆ ਹੈ, ਮੋਮਬੱਤੀਆਂ ਜਗਾਉਂਦੇ ਹਨ। ਅਤੇ ਜੋ ਕੁਝ ਮੈਂ ਇਸ ਦੇ ਬਾਰੇ ਸਮਝਿਆ ਹੈ, ਜਦੋਂ ਆਪ ਆਪਣੀ ਪ੍ਰਾਰਥਨਾ ਲੈ ਕੇ ਆਉਂਦੇ ਹੋ ਅਤੇ ਆਪ ਇੱਕ ਮੋਮਬੱਤੀ ਜਗਾਉਂਦੇ ਹੋ, ਜਦੋਂ ਤੱਕ ਕਿ ਉਹ ਮੋਮਬੱਤੀ ਜਗਦੀ ਰਹੇ ਉਦੋਂ ਤੱਕ ਲਗਾਤਾਰ ਉਹ ਪ੍ਰਾਰਥਨਾ ਪਰਮੇਸ਼ਰ ਦੇ ਸਨਮੁਖ ਪੇਸ਼ ਕੀਤੀ ਜਾਂਦੀ ਹੈ। ਸਰਬ ਉੱਤਮ ਜੋ ਲੰਬੇ ਸਮੇਂ ਤੱਕ ਜਲਣ ਵਾਲੀ ਬੱਤੀਆਂ ਨੂੰ ਲੈਣਾ ਹੁੰਦਾ ਹੈ। ਜੇਕਰ ਕੋਈ ਬਹੁਤ ਹੀ ਗੰਭੀਰ ਪ੍ਰਾਰਥਨਾ ਆਪ ਦੇ ਕੋਲ ਹੋਵੇ ਤੇ ਮੈਂ ਪ੍ਰਾਰਥਨਾਵਾਂ ਨੂੰ ਇੱਥੇ ਜ਼ਰੂਰੀ ਤੌਰ ਤੇ ਬੰਦ ਨਹੀਂ ਕਰਵਾ ਰਿਹਾ, ਸਿਵਾਏ ਇਸ ਦੇ ਇਹ ਆਖਣ ਲਈ ਕਿ ਜੇਕਰ ਇਹ ਆਪ ਮੁਹਾਰਤਾ ਅਤੇ ਸਚਾਈ ਨੂੰ ਤੁਹਾਡੇ ਲਈ ਉਸ ਦਾ ਥਾਂ ਲੈ ਲੈਂਦੀ ਹੈ। ਯਿਸੂ ਜੀ ਆਖਦੇ ਨੇ, ਜਦੋਂ ਤੁਸੀਂ ਪ੍ਰਾਰਥਨਾ ਕਰੋ ਤਦ ਇਸ ਤਰ੍ਹਾਂ ਤੁਸੀਂ ਪ੍ਰਾਰਥਨਾ ਨਾ ਕਰੋ। ਮੇਰੇ ਲਈ ਇਹ ਬੜੀ ਰੋਚਕ ਗੱਲ ਹੈ ਕਿ ਆਪ ਠੀਕ ਇਸ ਪ੍ਰਾਰਥਨਾ ਦੇ ਆਰੰਭ ਵਿੱਚ, ਜੋ ਕਿ ਅਕਸਰ ਬਕ-ਬਕ ਕਰਨ ਵਾਲੇ ਤਰੀਕੇ ਦੇ ਨਾਲ ਕੀਤੀ ਜਾਂਦੀ ਹੈ, ਇਸ ਦੇ ਵਿਰੁੱਧ ਚੇਤਾਵਨੀ ਸਾਨੂੰ ਦਿੱਤੀ ਗਈ ਹੈ ਕਿ ਇਸ ਤਰ੍ਹਾਂ ਨਾ ਕਰੋ। ਯਿਸੂ ਜੀ ਨੇ ਸਾਨੂੰ ਇਹੋ ਹੀ ਆਖਿਆ ਸੀ। ਆਪ ਜਾਣਦੇ ਹੋ ਕਿ ਮਸੀਹ ਹੋਣਾ ਵਜੋਂ ਅਸੀਂ ਖੁਦ ਵੀ ਇਹ ਕਰਦੇ ਹਾਂ। ਕਿ ਅਸੀਂ ਇਸ ਤਰ੍ਹਾਂ ਨਹੀਂ ਕਰਦੇ ਕਿ ਅਸੀਂ ਕਦੀ ਸ਼ਬਦਾਂ ਦਾ ਉਚਾਰਨ ਬਾਰ-ਬਾਰ ਆਪਣੀਆਂ ਪ੍ਰਾਰਥਨਾ ਵਿੱਚ ਨਹੀਂ ਕਰਦੇ। ਆਪ ਜਾਣਦੇ ਹੋ ਕਿ ਜੋ ਕੁਝ ਮੈਂ ਗੌਰ ਕੀਤਾ ਹੈ, ਜੋ ਸਾਡੇ ਮਸੀਹ ਹੋਣ ਵਜੋਂ ਕਰਦਿਆਂ ਸਾਡੀ ਆਦਤ ਬਣ ਚੁੱਕੀ ਹੈ, ਅਤੇ ਮੈਨੂੰ ਪੂਰਾ ਭਰੋਸਾ ਹੈ ਕਿ ਅਸੀਂ ਇਸ ਦੇ ਵਿੱਚ ਗੁਜ਼ਰ ਚੁੱਕੇ ਹਾਂ। ਹੋ ਸਕਦਾ ਹੈ ਆਪ ਵੀ ਇਸ ਵਿੱਚੋਂ ਗੁਜ਼ਰ ਚੁੱਕੇ ਹੋਵੋ। ਹੋ ਸਕਦਾ ਹੈ ਕਿ ਠੀਕ ਆਪ ਇਸ ਦੇ ਵਿਚਕਾਰ ਹੋਵੋ। ਅਸੀਂ ਸ਼ਬਦ ਨੂੰ ਉਚਾਰਨ ਦੇ ਵਿੱਚ ਬਾਰ-ਬਾਰ ਦੁਹਰਾਉਂਦੇ ਹਾਂ ਕਿ ਆਪ ਨੇ ਕਦੀ ਸੁਣਿਆ ਹੈ ਜਿੱਥੇ ਕਿ ਕੋਈ ਪਰਮੇਸ਼ਰ ਦੇ ਨਾਮ ਦਾ ਜ਼ਿਕਰ ਜਾਂ ਫਿਰ ਪਿਤਾ ਦਾ ਜ਼ਿਕਰ ਬਾਰ-ਬਾਰ ਕਰਦਾ ਹੈ। ਪਿਤਾ, ਅਸੀਂ ਬਸ ਇਹੋ ਹੀ ਚਾਹੁੰਦੇ ਹਾਂ। ਪਿਤਾ ਜੀ, ਅਸੀਂ ਤਾਂ ਇਹੋ ਹੀ ਕਰਨਾ ਚਾਹੁੰਦੇ ਹਾਂ। ਪਿਤਾ ਜੀ, ਅਸੀਂ ਇਹ ਪ੍ਰਾਰਥਨਾ ਕਰਨੀ ਚਾਹੁੰਦੇ ਹਾਂ। ਪਿਤਾ ਜੀ ਇਹ ਅਤੇ ਪਿਤਾ ਜੀ ਉਹ। ਹੁਣ ਆਪ ਇਸ ਦਾ ਇਸਤੇਮਾਲ ਉਸ ਵਿਅਕਤੀ ਉੱਤੇ ਕਰਨ ਦੀ ਕੋਸ਼ਿਸ਼ ਕਰੋ ਜੋ ਕਿ ਆਪ ਦੇ ਸਭ ਤੋਂ ਨਜ਼ਦੀਕ ਇੱਕ ਆਮ ਮਨੁੱਖੀ ਗੱਲਬਾਤ ਦੇ ਵਿਚਕਾਰ ਪਾਇਆ ਜਾਂਦਾ ਹੋਵੇ। ਆਪ ਆਪਣੇ ਘਰ ਆਪਣੀ ਪਤਨੀ ਕੋਲ ਜਾਓ ਅਤੇ ਆਪ ਆਖਦੇ ਹੋ ਸ਼੍ਰੀਮਤੀ ਜੀ, ਅਤੇ ਫਿਰ ਜੋ ਉਸ ਦਾ ਨਾਮ ਹੈ ਉਹ ਆਖਦੇ ਹੋ ਸ਼੍ਰੀਮਤੀ ਜੀ। ਇਹ ਤਾਂ ਬਹੁਤ ਹੀ ਚੰਗਾ ਹੈ ਕਿ ਮੈਂ ਆਪ ਨੂੰ ਮਿਲਿਆ ਹਾਂ। ਸ਼੍ਰੀਮਤੀ ਜੀ, ਸਾਡੇ ਲਈ ਅੱਜ ਚਰਚ ਵਿੱਚ ਜਾਣਾ ਬਹੁਤ ਹੀ ਚੰਗਾ ਸੀ। ਕਿ ਇਸ ਤਰ੍ਹਾਂ ਨਹੀਂ ਸੀ? ਸ਼੍ਰੀਮਤੀ ਜੀ, ਹੇ ਸ਼੍ਰੀਮਤੀ ਜੀ, ਇਹ ਕਿੰਨੀ ਅਦਭੁਤ ਸੇਵਾ ਸੀ। ਸ਼੍ਰੀਮਤੀ ਜੀ, ਹੇ ਸ਼੍ਰੀਮਤੀ ਜੀ, ਜੀ ਤੁਹਾਨੂੰ ਕੀ ਹੋ ਗਿਆ ਹੈ? ਅਤੇ ਉਹ ਆਪ ਵੱਲ ਤੱਕ ਕੇ ਆਖੇਗੀ, ਮੈਂ ਨਹੀਂ ਚਾਹੁੰਦੀ ਕਿ ਤੁਸੀਂ ਇਸ ਤਰ੍ਹਾਂ ਬਕ-ਬਕ ਕਰਦੇ ਹੋਏ ਮੇਰੇ ਨਾਲ ਗੱਲਾਂ ਕਰੋ। ਉਹ ਤਾਂ ਠੀਕ ਹੀ ਹੋਵੇਗਾ। ਉਹ ਆਪ ਜਿਸ ਨੂੰ ਜਾਣਦੇ ਹੋ ਅਤੇ ਪਿਆਰ ਕਰਦੇ ਹੋ ਉਸ ਨਾਲ ਇਸ ਤਰ੍ਹਾਂ ਗੱਲ ਨਹੀਂ ਕਰ ਸਕੋਗੇ। ਆਪ ਸਧਾਰਨ ਤੌਰ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹੋ ਅਤੇ ਕਦੇ-ਕਦੇ ਅਸੀਂ ਇਸ ਤਰ੍ਹਾਂ ਆਪਣੀ ਆਦਤ ਦੇ ਅਨੁਸਾਰ ਕਰਦੇ ਹਾਂ। ਕਿ ਅਸੀਂ ਇਸ ਤਰ੍ਹਾਂ ਨਹੀਂ ਕਰਦੇ? ਕਦੇ-ਕਦੇ ਇਹ ਸਾਡੀ ਆਦਤ ਦੇ ਕਰਕੇ ਹੀ ਹੁੰਦਾ ਹੈ। ਅਤੇ ਹੋ ਸਕਦਾ ਹੈ ਕਿ ਸਾਡੇ ਲਈ ਇਹ ਚੰਗਾ ਹੋਵੇ ਕਿ ਅਸੀਂ ਪ੍ਰਭੂ ਦੀ ਇਸ ਤਾੜਨਾ ਨੂੰ ਲਈਏ ਅਤੇ ਆਖੀਏ, ਜਦੋਂ ਮੈਂ ਪਰਮੇਸ਼ਰ ਨਾਲ ਗੱਲਾਂ ਕਰਦਾ ਹਾਂ ਉਹ ਮੇਰਾ ਦੋਸਤ ਹੈ। ਉਸ ਨੂੰ ਪਹਿਲੀ ਵਾਰ ਸੰਬੋਧਿਤ ਕਰਨ ਤੋਂ ਬਾਅਦ ਮੈਨੂੰ ਉਸ ਦਾ ਨਾਮ ਬਾਰ-ਬਾਰ ਨਹੀਂ ਲੈਣਾ ਪੈਣਾ, ਕਿਉਂਕਿ ਉਹ ਜਾਣਦਾ ਹੈ ਕਿ ਮੈਨੂੰ ਪਤਾ ਹੈ ਉਹ ਕੌਣ ਹੈ। ਬਕ-ਬਕ ਕਰਨਾ, ਬਾਰ-ਬਾਰ ਉਹਨਾਂ ਹੀ ਸ਼ਬਦਾਂ ਨੂੰ ਉਚਾਰਨਾ ਹੈ। ਦੋਸਤੋ, ਤੁਹਾਡਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ। ਅੱਜ ਅਸੀਂ ਪ੍ਰਾਰਥਨਾ ਦੇ ਵਿਸ਼ੇ ਦੇ ਉੱਤੇ ਗੱਲਬਾਤ ਕੀਤੀ ਸੀ। ਪ੍ਰਾਰਥਨਾ ਦੇ ਵਿਸ਼ੇ ਗੱਲਬਾਤ ਕਰਨ ਦੇ ਲਈ ਅਸੀਂ ਜਿਨ੍ਹਾਂ ਵਚਨਾਂ ਦੇ ਉੱਤੇ ਗੌਰ ਕੀਤਾ ਸੀ ਉਹ ਮੱਤੀ ਦੀ ਅੰਜੀਲ ਉਸਦੇ 6 ਅਧਿਆਏ ਦੀ 5 ਆਇਤ ਤੋਂ ਲੈ ਕੇ 13 ਆਇਤ ਤੱਕ ਦੇ ਵਚਨ ਸਨ। ਪ੍ਰਾਰਥਨਾ ਦੀ ਰੂਪਰੇਖਾ ਦੇ ਵਿੱਚ ਅਸੀਂ ਤੁਹਾਡੀ ਸਹੂਲੀਅਤ ਦੇ ਲਈ ਪ੍ਰਾਰਥਨਾ ਨੂੰ 2 ਮੁੱਖ ਹਿੱਸਿਆਂ ਵਿੱਚ ਵੰਡਿਆ ਸੀ। ਪਹਿਲਾ ਪ੍ਰਾਰਥਨਾ ਕਰਨ ਬਾਰੇ ਜ਼ਰੂਰੀ ਹਦਾਇਤਾਂ ਅਤੇ ਦੂਜਾ ਪ੍ਰਾਰਥਨਾ ਦਾ ਨਮੂਨਾ। ਦੋਸਤੋ, ਮੈਨੂੰ ਵਿਸ਼ਵਾਸ ਹੈ ਕਿ ਸਾਡੇ ਅੱਜ ਦੇ ਅਧਿਐਨ ਦੇ ਦੁਆਰਾ ਤੁਹਾਡੇ ਵਿੱਚੋਂ ਬਹੁਤ ਸਾਰੇ ਲੋਕ ਹੁਣ ਰੋਜ਼ ਪ੍ਰਭਾਵੀ ਢੰਗ ਦੇ ਨਾਲ ਪ੍ਰਾਰਥਨਾ ਕਰਨ ਦੇ ਵਿੱਚ ਸਰਗਰਮ ਹੋ ਜਾਣਗੇ ਅਤੇ ਆਤਮਾ ਦੇ ਵਿੱਚ ਅਸੀਂ ਹੋਰ ਜ਼ਿਆਦਾ ਮਜ਼ਬੂਤ ਹੋਵਾਂਗੇ। ਸਾਨੂੰ ਉਮੀਦ ਹੈ ਕਿ ਤੁਸੀਂ ਅੱਜ ਦੇ ਅਧਿਐਨ ਦਾ ਆਨੰਦ ਮਾਣਿਆ ਹੋਵੇਗਾ। ਹੁਣ ਅਸੀਂ ਆਪਣੇ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ। ਰੁਖਸਤ ਹੋਣ ਦੇ ਲਈ ਸਾਨੂੰ ਇਜਾਜ਼ਤ ਦਿਓ। ਅਗਲੇ ਪ੍ਰੋਗਰਾਮ ਦੇ ਵਿੱਚ ਫੇਰ ਮਿਲਾਂਗੇ। ਜੈ ਮਸੀਹ ਦੀ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।